एनबी न्यूज़ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਸਰਕਾਰ ਦੇ ਵਿੱਚ ਜਿਹੜੇ ਵਿਵਾਦ ਪੈਦਾ ਹੋਏ, ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਜਿਨ੍ਹਾਂ 'ਚ ਸਰਦਾਰ ਸ਼ਮਸ਼ੇਰ ਸਿੰਘ ਦੁੱਲਾ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਗੱਲ ਇਹ ਕਿ ਉਹਨਾਂ ਨੇ ਚਿੱਠੀਆਂ ਲਿਖੀਆਂ, ਚਿੱਠੀਆਂ ਦਾ ਜਵਾਬ ਨਹੀਂ ਮਿਲਦਾ ਗਾ, ਫਿਰ ਗਵਰਨਰ ਕੋਲ ਪਹੁੰਚ ਕੀਤੀ ਜਾਂਦੀ ਹੈਗਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਐਕਸ਼ਨ ਆਉਂਦਾ। ਕੈਪਟਨ ਅਮਰਿੰਦਰ ਦਾ ਕੀ ਪੂਰੀ ਕਾਂਗਰਸ ਪਾर्टी भी कह रहे कि ਜਿਹੜੇ दो ਸਾਬਕਾ ਪ੍ਰਧਾਨ ਨੇ ਉਹਨਾਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ। ਕੀ ਅਨੁਸ਼ਾਸਨ ਭੰਗ ਕੀਤਾ ਗਿਆ, ਅੱਗੇ ਕੀ ਰਣਨੀਤੀ ਰਹੇਗੀ, ਹਾਈ ਕਮਾਂਡ ਕੀ ਵਿਚਾਰ ਵਟਾਂਦਰਾ ਕਰੇਗੀ, ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਹੋਣਾ ਨਾਲ। ਦੁੱਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਬਹੁਤ ਧੰਨਵਾਦ ਜਗਤਾਰ ਜੀ। ਸਰ ਤੁਹਾਡੀ ਸਿਕਿਉਰਿਟੀ ਬਚ ਗਈ, ਸੁਣਿਆ ਪ੍ਰਤਾਪ ਸਿੰਘ ਬਾਜਵਾ ਨੇ ਦੀ ਸਿਕਿਉਰਿਟੀ ਵਾਪਸ ਲੈ ਲਈ ਸਰਕਾਰ ਨੇ ਜੀ। ਮੈਂ ਤਾਂ ਰਾਮ ਭਰੋਸੇ ਚੱਲਦਾ, ਰੱਬ ਭਰੋਸੇ। ਮੇਰੇ ਕੋਲ ਤਾਂ ਬੰਦੀ ਤਿੰਨ ਹੈ, ਮੈਂ ਤਾਂ ਕਦੇ ਸਿਕਿਉਰਿਟੀ ਮੰਗੀ ਹੀ ਨਹੀਂ। ਸਿਰਫ ਤਿੰਨ ਮੇਰੇ ਕੋਲ ਗਨਮੈਨ ਹੈ, ਮੈਂ ਨਹੀਂ ਮੰਗੀ ਕਦੇ। ਹਾਲਾਂਕਿ ਮੇਰੇ 'ਤੇ ਵੀ ਮਿਲੀਟੈਂਟ ਦਾ ਅਟੈਕ ਹੋਇਆ ਹੈ 1 ਮਈ 1985 ਨੂੰ ਜੀ। ਮੇਰੇ ਦਫ਼ਤਰ 'ਤੇ ਹੋਇਆ, 4 ਬੰਦੇ ਫੱਟੜ ਹੋਏ, ਇੱਕ ਮਰਿਆ, ਬਲਾਕ ਦਾ ਪ੍ਰਧਾਨ ਮਰਿਆ, ਮੈਂ ਬਚਿਆ। 3 ਅਟੈਂਪਟ 'ਚ ਮੈਂ ਬਚਿਆ। 2 ਵਾਰੀ ਅੱਤਵਾਦੀਆਂ ਨੇ, ਉਹਨਾਂ ਦੇ ਪਿਸਤੌਲ ਹੀ ਨਹੀਂ ਚੱਲੇ, ਸਾਹਮਣੇ ਬੈਠੇ ਸੀ। ਇਸ ਕਰਕੇ ਮੈਂ ਤਾਂ ਇਹਨਾਂ ਚੀਜ਼ਾਂ 'ਚ, ਕਿਉਂਕਿ ਜਿਹੜਾ ਸਿਕਿਉਰਿਟੀ ਦਾ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ 'ਤੇ ਦਿੱਤੀ ਜਾਂਦੀ ਹੈ, ਜਿਹੜੇ ਬੰਦੇ ਟਾਰਗੇਟ ਹੋਣ। ਜੀ ਜੀ। ਔਰ ਮੈਨੂੰ ਤਾਂ ਇਹ ਲੱਗਦਾ ਵੀ ਸਮਾਂ ਇੰਨਾ ਹੋ ਗਿਆ, ਲੋਕ ਮਿਲੀਟੈਂਸੀ ਜਾਂ ਹੋਰ ਉਹ ਤਾਂ ਕੋਈ ਮੈਨੂੰ ਦਿੰਦੀ ਨਹੀਂ ਹੈ ਨਾ ਲੋਕ, ਕਿਉਂਕਿ ਲੋਕ ਪੰਜਾਬ ਦੇ ਅੱਕ ਚੁੱਕੇ ਨੇ। ਮਿਲੀਟੈਂਸੀ ਦੇਖ ਲਈ ਨਾ, ਕੋਈ ਖਾਲਿਸਤਾਨ 'ਚ ਆਮ ਮੂਵਮੈਂਟ ਹੈ, ਇੱਕਾ ਦੁੱਕਾ ਬੰਦੇ ਹੈਗੇ ਨੇ, ਪਰ ਇਹ ਹੁਣ ਸਟੇਟਸ ਸਿੰਬਲ ਜਿਹਾ ਬਣਦਾ ਜਾਂਦਾ ਸਿਕਿਉਰਿਟੀ। ਤਾਂ ਲੱਗਦਾ ਕਿ ਤੁਹਾਡੇ 'ਤੇ ਜਿਹੜੇ ਤੁਸੀਂ ਦੱਸਿਆ ਕਿ 3 ਹਮਲੇ ਹੋਏ ਨੇ, ਉਦੋਂ ਹਾਲਾਤ ਹੋਰ ਸੀ, ਹੁਣ ਪੰਜਾਬ ਦੇ ਵਿੱਚ ਉੱਦਾਂ ਦੇ ਹਾਲਾਤ ਨਹੀਂ ਹੈ। ਇੱਕ ਸਿਕਿਉਰਿਟੀ ਸਿੰਬਲ ਹੈ, ਲੇਕਿਨ ਨਾਲ ਦੀ ਨਾਲ ਕਿ ਸਿਕਿਉਰਿਟੀ ਇੰਨੀ ਜ਼ਿਆਦਾ, ਕਹਿੰਦੇ 16,000 ਦੇ ਕਰੀਬ ਜੋ ਅੰਕੜੇ ਦੱਸੇ ਜਾ ਰਹੇ ਕਿ ਉਹ VIP ਲੋਕਾਂ ਦੇ ਨਾਲ ਹੀ ਤੈਨਾਤ ਕੀਤੀ ਗਈ ਹੈ ਜੀ। ਕੋਈ ਗੱਲ ਇਹ ਹੈ ਵੀ ਉਦੋਂ ਜਦੋਂ ਮੇਰੇ 'ਤੇ ਅਟੈਕ ਹੋਇਆ, ਮੈਂ MLA ਵੀ ਸੀਗਾ ਅਤੇ ਮੈਂ ਪੰਜਾਬ ਪ੍ਰਦੇਸ਼ ਦਾ ਜਨਰਲ ਸੈਕਟਰੀ ਵੀ ਸੀਗਾ ਜੀ। ਮੇਰੇ ਕੋਲ ਕੋਈ 4 ਜ਼ਿਲ੍ਹਿਆਂ ਦਾ ਮੈਂ ਇੰਚਾਰਜ। ਉਦੋਂ ਤਾਂ 4 ਜਨਰਲ ਸੈਕਟਰੀ ਹੁੰਦੀ ਅਤੇ 5 ਵਾਈਸ ਪ੍ਰੈਜ਼ੀਡੈਂਟ। ਹੁਣ ਮੰਗਣ ਤੋਂ ਫੌਜ ਤਾਂ ਬਣਦੀ ਨਹੀਂ ਸੀ ਜੀ। ਉਦੋਂ ਦਾ ਕੋਈ ਜਿਹੜਾ ਅਹੁਦਾ ਹੁੰਦਾ ਸੀ ਉਹਦੀ ਕੋਈ ਰੈਕਗਨੀਸ਼ਨ ਹੁੰਦੀ ਸੀ। ਹੁਣ ਜਿਹੜੇ ਇਹ ਤੁਸੀਂ ਦੇਖੋਗੇ, ਪਹਿਲੀ ਗੱਲ ਤਾਂ ਸਿਕਿਉਰਿਟੀ ਲਾਈਕਿੰਗ 'ਤੇ ਦਿੱਤੀ ਜਾਂਦੀ ਹੈ ਜੀ। ਜਿਹੜਾ ਸਾਈਕੋਫੈਂਟ ਲੋਕ ਨੇ, ਕੁਰਸੀ 'ਤੇ ਜਿਹੜਾ ਇਨਸਾਨ ਬੈਠਾ ਹੈ, ਲੀਡ ਕਰ ਰਿਹਾ ਹੈ, ਉਹਦੇ ਗੁਣ ਗਾਉਂਦਾ ਹੈ, ਗਲਤ ਮਲਤ ਕੰਮਾਂ 'ਚੋਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ, ਹੈ ਜੀ। ਜਿਹੜੇ ਜੈਨੂਅਨ ਗੱਲ ਕਰਨ ਵਾਲੇ ਨੇ ਹੋਰ ਹੈ, ਅਬਲਾ ਤਾਂ ਉਹ ਤਾਂ ਸਿਕਿਉਰਿਟੀ ਦੀ ਗੱਲ ਹੀ ਨਹੀਂ ਕਰਦੇ। ਜਿੱਥੋਂ ਤੱਕ ਹੁਣ ਪੰਜਾਬ 'ਚ ਮੈਂ MP ਹਾਂ ਜੀ, ਮੈਂ ਇਹ ਹੋਰ ਵੀ MP ਨੇ, ਚਾਹੇ ਉਹ ਲੋਕ ਸਭਾ ਚਾਹੇ ਰਾਜ ਸਭਾ 'ਚ। ਮੇਰੇ ਕੋਲ ਸਿਰਫ 3 ਗਨਮੈਨ ਹੈ ਜੀ। ਮੈਂ ਨਾ ਮੰਗੀ ਹੈ, ਨਾ ਮੈਂ ਕਦੇ ਲਿਖਿਆ, ਨਾ DGP ਨੂੰ ਲਿਖਿਆ, ਨਾ ਮੈਂ ਕਿਸੇ ਚੀਫ ਮਿਨਿਸਟਰ ਨੂੰ ਲਿਖਿਆ। ਔਰ ਤੁਸੀਂ ਇਹ ਦੇਖੋਗੇ ਜੋ ਕ੍ਰਾਈਟੇਰੀਆ ਹੈ, ਜੋ ਸਿਸਟਮ ਹੈ, ਉਹਦੇ 'ਚ 4 ਗਨਮੈਨ ਰੱਖੇ ਨੇ ਇਹਨਾਂ ਨੇ MP ਵਾਸਤੇ 4 ਜੀ। ਹੋਇਆ ਕਿ ਇੱਥੇ MPਆਂ ਨੂੰ ਜਿਹੜੇ ਗੁਣਗਾਨ ਕਰਦੇ ਨੇ, ਮਾਫੀਆ ਲੋਕਾਂ ਦੀ ਸਪੋਰਟ ਕਰਦੇ ਨੇ ਜਾਂ ਸਰਕਾਰ ਦੀ ਚਾਪਲੂਸੀ ਕਰਦੇ ਨੇ, ਮੁੱਖ ਮੰਤਰੀ ਸਾਹਿਬ ਦੇ ਬਲੂ ਆਈ ਬੁਆਏ ਨੇ ਜੀ, ਜਿਹੜੇ ਇਹਨਾਂ ਦੇ ਗੁਣਗਾਨ ਕਰਦੇ ਨੇ ਜੀ, ਕੋਈ ਕਿੰਤੂ ਪਰੰਤੂ ਨਹੀਂ, ਜਿਨ੍ਹਾਂ ਨੇ ਸਹੀ ਵੀ ਨਹੀਂ ਕਰਨਾ ਜੀ, ਉਹਨਾਂ ਨੂੰ ਐਸਕਾਰਟ ਵੀ ਦਿੱਤੀ ਹੋਈ ਹੈ, ਪਾਇਲਟ ਵੀ ਦਿੱਤੀ ਹੋਈ ਹੈ, 15 ਗਨਮੈਨ ਵੀ ਦਿੱਤੇ ਹੈ, ਚਾਹੇ ਉਹ MLA ਨੇ ਚਾਹੇ ਉਹ ਹੈ ਨਹੀਂ। ਉਹ ਤਾਂ ਫਿਰ ਮੈਂ ਤਾਂ ਤੁਸੀਂ ਜੇ ਸਵਾਲ ਇਹ ਹੈ, ਤੁਸੀਂ ਵੀ ਸਿਕਿਉਰਿਟੀ ਵਧਾ ਲਓ, 4 ਖਾਲਿਸਤਾਨੀਆਂ ਨੂੰ ਗਾਲਾਂ ਕੱਢੋ, ਤੁਹਾਨੂੰ ਵੀ ਸਿਕਿਉਰਿਟੀ ਮਿਲ ਜਾਏਗੀ ਜੀ। ਨਹੀਂ, ਮੈਂ ਜਿਹੜੀ ਗੱਲ ਕਰਦਾ ਖਾਲਿਸਤਾਨੀ ਕਿ ਹੁਣ ਤੁਸੀਂ ਇਹ ਮੂਵਮੈਂਟ ਲੋਕ ਕਦੇ ਕੋਆਪਰੇਟ ਨਹੀਂ ਕਰਨਗੇ, ਸਾਥ ਨਹੀਂ ਦੇਣਗੇ। ਪੰਜਾਬ ਦੇ ਲੋਕ ਫੈਡ ਅਪ ਹੋ ਚੁੱਕੇ ਨੇ ਜੀ। ਇਹ ਖਾਲਿਸਤਾਨ ਦੀ ਗੱਲ ਤਾਂ ਬਾਹਰ ਬੈਠੇ ਹੀ ਕਰਦੇ ਨੇ, ਇੱਥੇ ਕੋਈ ਨਹੀਂ ਜੀ। ਇੱਥੇ ਹੁਣ ਇਹਨਾਂ ਨੇ ਸਾਰਾ, ਕਿਉਂਕਿ ਪੰਜਾਬ 'ਚ 35-36 ਹਜ਼ਾਰ ਨਿਰਦੋਸ਼ ਲੋਕ ਮਾਰੇ ਗਏ ਜੀ। ਕਾਂਗਰਸ ਦੇ ਬੜੇ ਲੀਡਰ ਮਰੇ ਨੇ ਜੀ। 1600 ਲੀਡਰ ਤਾਂ ਕਾਂਗਰਸ ਦਾ ਮਰਿਆ, ਕਮਿਊਨਿਸਟ ਵੀ ਬਣੇ, ਬਿਲਕੁਲ ਦੂਸਰੀ ਮਾਰਕਸਿਸਟ ਵੀ ਬਣੇ, BJP ਦੇ ਵੀ ਮਰੇ ਲੀਡਰ,
ਪਰ ਇਹਨਾਂ ਦੇ ਘੱਟ ਮਰੇ, ਕਾਂਗਰਸ ਦੇ ਬਹੁਤ ਮਰੇ ਜੀ, ਕਿਉਂਕਿ ਲੜਾਈ ਕਾਂਗਰਸ ਨੇ ਲੜੀ ਆ ਅੱਤਵਾਦ ਦੇ ਖਿਲਾਫ, ਜੀ, ਨਾ ਕਿਸੇ ਬੀਜੇਪੀ ਨੇ ਜਾਂ ਕਮਿਊਨਿਸਟਾਂ ਨੇ ਲੜੀ ਜੀ, ਹੈ ਜੀ। ਅਕਾਲੀ ਲੀਡਰ ਬਲਵੰਤ ਸਿੰਘ ਸੀ, ਉਹ ਇੰਟਰ ਰਾਈਵਲਰੀ ਅਕਾਲੀ ਦਲ ਦੀ ਸੀ, ਉਸ ਸਾਜ਼ਿਸ਼ ਨਾਲ ਮਰੇ। ਟੌੜਾ ਸਾਹਿਬ 'ਤੇ ਵੀ ਅਟੈਕ ਹੋਏ, ਉਹ ਵੀ ਸਾਜ਼ਿਸ਼ ਹੋਏ। ਜੀ, ਇਸ ਤਰ੍ਹਾਂ ਉਹ ਹੁਣ ਦਿਨ ਦੁਆਰਾ ਇੱਥੇ ਆ ਨਹੀਂ ਸਕਦੇ। ਲੋਕ ਬਿਲਕੁਲ ਖਾਲਿਸਤਾਨ ਦੇ ਖਿਲਾਫ ਨੇ। ਪਰ ਜਿਸ ਤਰ੍ਹਾਂ ਮੋਗੇ ਦੇ ਵਿੱਚ ਜੀ ਝੰਡਾ ਲਹਿਰਾਇਆ, ਅੱਜ ਵੀ ਇੱਕਾ ਦੁੱਕਾ ਜਗ੍ਹਾ ਤੇ ਖਾਲਿਸਤਾਨ ਦੇ ਨਾਅਰੇ ਲੱਗੇ ਨੇ, ਉਹ ਕੌਣ ਲੋਕ ਨੇ? ਕਿਉਂ ਪੰਜਾਬ ਨੂੰ ਫਿਰ ਭਾਂਬੂ ਲਾਉਣਾ ਚਾਹੁੰਦੇ ਨੇ? ਇਹਨਾਂ ਲੋਕਾਂ ਨੂੰ ਬਾਹਰੋਂ ਫੀਡ ਹੁੰਦਾ, ਜੀ, ਬਾਹਰੋਂ ਸਪੋਰਟ ਮਿਲਦੀ ਹੈ। ਬਾਕੀ ਲੈਪਸ ਹੈ ਪੁਲਿਸ 'ਚ। ਦੇਖੋ ਵਿਚਾਰਧਾਰਾ ਦੇ ਇਸ ਵਿਚਾਰ ਅੱਗੇ ਤੁਸੀਂ ਦੇਖਿਆ ਨਹੀਂ ਵੀ ਪੁਲਿਸ ਦੇ ਵਿੱਚ ਵੀ ਕਈ ਅੱਤਵਾਦੀ ਬਣੇ ਹੋਏ ਸੀ। ਜੀ, ਜਿਹੜਾ ਜਲੰਧਰ PAP 'ਚ ਅਟੈਕ ਹੋਇਆ, ਉਹ ਪੁਲਿਸ ਦੇ ਆਦਮੀ ਤੇ। ਜੀ, ਪੁਲਿਸ ਦੇ ਵੀ ਇਹ ਮੈਂਟਲੀ ਕਿਸੇ ਨੂੰ ਵੀ ਤੁਸੀਂ ਉਹਦਾ ਦਿਮਾਗ ਸਾਫ਼ ਕਰ ਸਕਦੇ ਹੋ। ਪੋਲੀਟਿਕਸ ਵੀ ਇਹ ਮੈਂ ਕਹੂੰਗਾ ਜਿਹੜਾ ਮੋਗੇ 'ਤੇ ਅਟੈਕ ਹੋਇਆ ਬੜੀ ਕੋਤਾਹੀ ਹੈ, ਇਹ ਨੈਗਲੀਜੈਂਸ ਹੈ। ਜੀ, ਇਹ ਨੈਗਲੀਜੈਂਸ ਹੈ। ਇਹ ਥੋੜ੍ਹਾ ਵੀ ਝੱਲਾ ਐਡੇ ਇੰਨਾ ਬੜਾ ਔਰ ਉਹ ਵੀ ਸੈਕਟੇਰੀਏਟ 'ਚ, ਜੀ, ਜਿੱਥੇ ਹਮੇਸ਼ਾ ਪਹਿਰਾ ਰਹਿੰਦਾ। ਇਹਦਾ ਮਤਲਬ ਉੱਥੇ ਲੈਪਸਿਸ ਹੋਏ ਨੇ। ਝੱਲਾ ਚੜਾਉਣਾ, ਉਹ ਲਾਉਣਾ ਕਿੰਨਾ ਟਾਈਮ ਲੱਗਦਾ, ਇਸ ਲਈ ਇਹ ਸਾਰਾ ਕੁ ਜਾਂ ਤਾਂ ਮੈਨੂੰ ਇਹ ਸਮਝਦਾ ਹੈ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਇਸ ਦਾ। ਔਰ ਮੈਂ ਕੋਈ ਐਸੀ ਗੱਲ ਮੈਨੂੰ ਤਾਂ ਨਹੀਂ ਦਿੱਤੀ ਵੀ ਪੰਜਾਬ ਦੇ ਲੋਕ ਇਹਨਾਂ ਦੀ ਸਪੋਰਟ ਕਰਨਗੇ। ਸਰਕਾਰ ਵੱਲੋਂ ਇਹ ਚਾਹੀਦਾ ਲੈਪਸਿਸ ਦੇ ਉਸ ਉੱਥੇ। ਤਾਂ ਲੱਗਦਾ ਕਿ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਜੋ ਸਿਕਿਉਰਿਟੀ ਵਾਪਸ ਲਈ ਉਹਨਾਂ ਨੇ ਲੈਟਰ ਲਿਖੇ, ਉਹ ਫਿਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਜਿੰਨੇ ਗੱਲ ਕਰਨੀ ਮੇਰੇ ਨਾਲ ਕਰੇ, ਮੇਰੇ DGP ਨੂੰ ਕਹਿਣ ਦੀ ਲੋੜ ਨਹੀਂ, ਜੋ ਵੀ ਹੋਇਆ ਮੇਰੇ ਵੱਲੋਂ ਐਕਸ਼ਨ ਹੋਇਆ। ਪਹਿਲੀ ਗੱਲ ਸਿਕਿਉਰਿਟੀ ਵਾਪਸ ਲੈਣਾ, ਸਰਕਾਰ ਦੇ ਐਕਸ਼ਨ ਨੂੰ ਕਿਵੇਂ ਦੇਖਦੇ ਜੀ? ਦੇਖੋ ਹੁਣ ਵੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ MLA ਨੂੰ 15 ਗਨਮੈਨ ਦਿੱਤੇ ਹੋਏ ਨੇ ਜੀ। ਜੇ ਸਿੰਸੀਅਰ ਹੈ, ਇਮਾਨਦਾਰ ਹੈ ਮੁੱਖ ਮੰਤਰੀ ਜੀ, ਫਿਰ ਇਹਨੂੰ ਰੈਸ਼ਨਲਾਈਜ਼ ਕਰੇ। ਜੀ, ਰੈਸ਼ਨਲਾਈਜ਼ ਕਰੇ। ਔਰ ਮੈਨੂੰ ਕਰੋਨਾ ਦੇ ਵਿੱਚ ਇਹਨਾਂ ਨੇ ਪਹਿਲਾਂ ਮਾਰਚ ਦੇ ਵਿੱਚ ਮੇਰੇ ਸਾਰੇ ਗਨਮੈਨਾਂ ਨੂੰ ਮੈਸੇਜ ਆ ਗਏ ਵੀ ਤੁਸੀਂ ਵਾਪਸ ਰਿਪੋਰਟ ਕਰੋ, ਤੁਹਾਡੀ ਡਿਊਟੀ ਲਾਉਣੀ ਹੈ ਜੀ। ਅਤੇ ਮੈਂ ਲਿਖ ਕੇ ਭੇਜਤਾ DGP ਨੂੰ ਜੀ ਵੀ ਮੇਰੇ ਕੋਲ ਇਹ ਦਿੱਲੀ ਨੇ, ਆਪਣਾ ਕੋਈ ਇਹਨਾਂ ਨੂੰ ਪਿਕਅਪ ਕਰ ਲਏ, ਕਿਉਂਕਿ ਟਰਾਂਸਪੋਰਟ ਵੀ ਬੰਦ ਹੈ, ਰੇਲਵੇ ਵੀ ਬੰਦ ਹੈ। ਜੀ, ਜੀ, ਜੇ ਕਰੋਨਾ 'ਚ ਡਿਊਟੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਜੀ। ਮੈਂ ਇਹਨਾਂ ਨੂੰ ਵਾਪਸ ਭੇਜਦਾ। ਇਹਨਾਂ ਨੇ ਸਾਰੇ ਹੀ ਕਿ ਪਿਕ ਐਂਡ ਚੂਜ਼ ਕੀਤੀ ਹੈ ਜੀ, ਇੰਟੈਂਸ਼ਨਲੀ। ਹੁਣ ਵੀ ਚੰਗਾ ਜੇ ਬਾਜਵੇ ਦੀ ਸਿਕਿਉਰਟੀ ਜੇ ਇਹਨਾਂ ਨੂੰ ਦਿੱਤੀ ਤੀ ਪਹਿਲਾਂ ਹੀ ਲੈ ਜਾਂਦੇ। ਜੇ ਮੈਂ ਕਹੂੰਗਾ ਵੀ ਪਿਕ ਐਂਡ ਚੂਜ਼ ਕਰਦੇ ਨੇ ਮੁੱਖ ਮੰਤਰੀ ਸਾਹਿਬ ਜੀ। ਜਿਹੜੇ ਗੁਣਗਾਨ ਕਰਦੇ ਨੇ ਉਹਨਾਂ ਦੀ, ਇੱਕ ਤਾਂ ਫਾਈਨੈਂਸ਼ੀਅਲ ਪੋਜੀਸ਼ਨ ਹੈ, ਇੱਕ ਬੜਾ ਬੋਝ ਹੈ, ਲੋਕਾਂ 'ਤੇ ਵੀ ਬੋਝ ਹੈ। ਔਰ ਇਹ ਵੀ ਦੱਸਦਾ ਮੈਂ, ਜੇ ਕਿਸੇ ਸੋਸ਼ਲ ਫੰਕਸ਼ਨ 'ਚ ਸਾਡੇ ਲੀਡਰ ਜਾਂਦੇ ਨੇ ਜੀ, ਮਾਫ਼ ਕਰਨਾ, ਚਾਹੇ ਵਿਆਹ 'ਤੇ ਚਲੇ ਗਏ, ਜੇ ਭੋਗ 'ਤੇ ਜੇ, ਜਿਹਦੇ ਨਾਲ 14-15 ਗਨਮੈਨ ਜਾਂਦੇ ਨੇ, ਜੇ ਉਹਦੇ ਰੋਟੀ ਖਾਣ ਲੱਗ ਜਾਣ ਉਹਦੀ ਤਾਂ ਇਹੀ ਫੇਰ ਦਿੰਦੇ ਨੇ। ਚਾਹੇ ਵਿਆਹ ਹੈ ਚਾਹੇ ਵੈਸੇ ਅੱਧੀ ਜਾਂਚ ਇਹੀ ਆ। ਜੇ ਹੋਟਲ 'ਚ ਜਾਂਦੇ ਨੇ 2-3 ਤੇ 2-3 ਹਜ਼ਾਰ ਦੀ ਪਲੇਟ ਹੈ ਤਾਂ 30-40 ਹਜ਼ਾਰ 'ਚ ਤਾਂ ਇਹੀ ਪੈਂਦੇ ਨੇ। ਇਹ ਇੱਕ ਸਟੇਟਸ ਸਿੰਬਲ ਜਿਹਾ ਹੈ। ਜੇ ਸਿੰਸੀਅਰ ਹੈ ਮੁੱਖ ਮੰਤਰੀ ਸੋਚਦਾ ਵੀ ਬੋਝ ਪੈ ਰਿਹਾ ਖਜ਼ਾਨੇ 'ਤੇ, ਬੜਾ ਬੋਝ ਆ, ਗੱਲਾਂ ਕਰਦੇ ਨੇ, ਪ੍ਰੈਕਟੀਕਲ ਉਹ ਕਰਨਾ ਨਹੀਂ ਚਾਹੁੰਦੇ, ਉਹ ਟਾਰਗੇਟ ਬਣਾਉਂਦੇ ਨੇ ਆਪਣੇ ਵਿਰੋਧੀਆਂ ਨੂੰ। ਇਹ ਮੈਂ ਸਮਝਦਾ ਵੀ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਬਾਜਵਾ ਸਾਹਿਬ ਦੀ ਜਿਹਦੇ 'ਤੇ ਆਪ ਅਟੈਕ ਹੋਇਆ, ਉਹਦੇ ਫਾਦਰ 'ਤੇ ਵੀ ਹੋਇਆ ਸੀ, ਇਹ ਵਿਦਰਾ ਕਰਨਾ ਇਹ ਇੰਟੈਂਸ਼ਨਲੀ ਕੀਤੀ ਹੈ। ਜੇ ਕਰਨੀ ਤੀ ਤਾਂ ਪਹਿਲਾਂ ਹੀ ਕਰ ਲੈਂਦਾ, ਸਾਰਿਆਂ ਦੀ ਕਰੇ। ਆਪਣੇ ਮੈਨੂੰ ਇਹ ਦੱਸੇ ਜਿਹੜੇ 14 15 MLA ਜਾਂ MP ਜਾਂ ਕੁਛ ਐਸੇ ਲੀਡਰ ਨੇ ਜਾਂ ਇਹਦੇ OSD ਜਾਂ ਕੋਈ ਹੋਰ ਜਿਹੜੇ ਨੇ ਜਿਨ੍ਹਾਂ ਨੂੰ ਚੰਗੀਆਂ ਪੋਸਟਾਂ 'ਤੇ, ਉਹਨਾਂ ਨੂੰ ਕੀ ਖਤਰਾ ਮੈਨੂੰ ਦੱਸ। ਉਹਨਾਂ ਨੇ ਕਿਹੜਾ ਮਿਲੀਟੈਂਟਰੀ 'ਚ ਕੰਮ ਕੀਤਾ? ਇੱਥੇ ਤਾਂ ਇਹ ਵੀ ਹੈ, ਪੋਲੀਟੀਸ਼ੀਅਨਾਂ ਕੋਲ ਵੀ ਹੈ, ਰਿਟਾਇਰਡ ਅਫਸਰਾਂ ਕੋਲ ਬਹੁਤ ਸਿਕਿਉਰਿਟੀ ਹੈ ਜੀ। ਜੇ ਦੇਖਿਆ ਜਾਵੇ, ਜਿਹੜੇ IPS ਹੋਰ ਜਿਨ੍ਹਾਂ ਨੇ ਮਿਲੀਟੈਂਸੀ 'ਚ ਕਦੇ ਡਿਊਟੀ ਹੀ ਨਹੀਂ ਦਿੱਤੀ ਜੀ, ਮਿਲੀਟੈਂਸੀ 'ਚ ਆਰਾਮ ਨਾਲ ਜਿਨ੍ਹਾਂ ਨੇ ਰਿਹਾ, ਜਿਹੜੇ ਕਰਨ ਵਾਲੇ ਤੇ ਉਹ ਤਾਂ ਵਿਚਾਰੇ ਮਾਰੇ ਗਏ, ਉਹ ਤਰੀਕਾ ਭੁਗਤਦੇ ਨੇ ਮਿਲੀਟੈਂਸੀ 'ਚ। ਸਿਕਿਉਰਿਟੀ
ਵਿਡਰਾ ਕਰੇ। ਕਈ ਅਫਸਰਾਂ ਦੇ ਫਾਰਮ ਹਾਊਸਾਂ 'ਤੇ, ਉਹਨਾਂ ਦੇ ਘਰਾਂ 'ਤੇ 15-15 20-20 ਗਨਮੈਨ ਅੱਜ ਵੀ ਰਿਟਾਇਰਡ IPS ਅਫਸਰਾਂ ਦੇ ਘਰਾਂ 'ਚ ਕੰਮ ਕਰਦੇ ਨੇ। ਮੁੱਖ ਮੰਤਰੀ ਨੂੰ ਕਹਿ ਦਿੰਦਾ ਨਹੀਂ ਇਹ, ਉਹਨੂੰ ਪਤਾ ਹੋਣਾ ਚਾਹੀਦਾ। ਉਹ ਜੇ ਉਹ ਸਹੀ ਹੈ, ਸਿਹਰਤ ਹੈ, ਪੰਜਾਬ ਦੀ ਇਕੋਨਮੀ ਦੀ ਸੋਚ ਹੈ ਜੇ ਉਹਨੂੰ, ਤਾਂ ਇਹ ਫਾਲਤੂ ਜਿਹੜੇ ਖਰਚ ਨੇ, ਫਾਲਤੂ ਬੋਝ ਪਿਆ ਹੈ, ਇਹਨਾਂ ਤੋਂ ਹੋਰ ਜਗ੍ਹਾ ਕੰਮ ਲਵੇ। ਨਹੀਂ, ਅੱਜ ਉਹਨਾਂ ਆਜ਼ਾਦੀ ਦੇ ਦਿਹਾੜੇ ਕਿਹਾ ਜੀ ਕਿ ਮੈਂ ਤਦ ਤੱਕ ਰੈਸਟ ਨਹੀਂ ਕਰਾਂਗਾ ਜਿੰਨਾ ਚਿਰ ਪੰਜਾਬ ਆਰਥਿਕਤਾ ਦੀ ਲੀਹਾਂ 'ਤੇ ਮੁੜ ਖੜਾ ਨਹੀਂ ਹੋ ਜਾਂਦਾ, ਮੁੜ ਸਟੈਂਡ ਨਹੀਂ ਕਰਦਾ ਜੀ। ਮੈਂ ਤਾਂ ਇਹ ਕਹੂੰਗਾ, ਉਹ ਕਹਿੰਦੇ ਨੇ ਵੀ ਜਿੰਨਾ ਤੱਕ ਇਕੋਨਮੀ ਲਾਈਨ 'ਤੇ ਨਹੀਂ ਆ ਜਾਂਦੀ ਉਹਨਾਂ ਤੱਕ ਮੈਂ ਰੈਸਟ ਨਹੀਂ ਕਰਦਾ। ਮੈਂ ਤਾਂ ਹੈਰਾਨ ਹੈ, ਮੈਂ ਤਾਂ ਸੈਕਟਰੀ ਰੋਲ ਨਹੀਂ ਜਾਂਦੇ ਆਪਣੇ ਕੋਠੀ, ਸਰਕਾਰੀ ਕੋਠੀ 'ਚ ਉਹ ਨਹੀਂ ਰਹਿੰਦੇ। 17 ਤੋਂ ਜਿੱਦਣ ਦੇ ਮੁੱਖ ਮੰਤਰੀ ਬਣੇ ਆ, ਬਿਨਾਂ ਰੈਸਟ ਤੋਂ ਕਰਦੇ ਕੀ ਨਹੀਂ ਉਹ, ਮਾਫ਼ ਕਰਨਾ ਜੀ। ਔਰ ਜਦੋਂ ਸਰਕਾਰ ਅਕਾਲੀਆਂ ਦੀ ਅਸੀਂ ਬਲੇਮ ਕਰਦੇ ਤੇ ਕਿ 1,17,000 ਕਰੋੜ ਦਾ ਕਰਜ਼ਾ ਹੈ ਜੀ, ਜਦੋਂ 17 ਤੋਂ ਪਹਿਲਾਂ ਜੋ ਅਸੀਂ ਸਟੇਜਾਂ 'ਤੇ ਕਹਿੰਦੇ ਸੀ ਜੀ ਜੀ, ਇਕੋਨਮੀ ਤਾਂ ਡਬਲ ਹੋ ਗਈ, ਕਰਜ਼ਾ ਡਬਲ ਹੋ ਗਿਆ। ਫਿਰ 3.5 ਸਾਲਾਂ 'ਚ ਜਿਹੜੀ ਪੰਜਾਬ ਦੀ ਇਕੋਨਮੀ, ਅਕਾਲੀ 1,17,000 ਦਾ ਕਰਜ਼ਾ ਛੱਡ ਕੇ ਚਲੇ ਗਏ ਜੀ, ਹੁਣ 2.5 ਲੱਖ ਕਰੋੜ ਦਾ ਹੋ ਗਿਆ ਕਰਜ਼ਾ ਜੀ। ਫਿਰ ਮੈਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ 17 ਦੀ ਬਜਾਏ, ਘਟਣ ਦੀ ਬਜਾਏ ਡਬਲ ਹੋ ਗਿਆ, ਇਹ ਕਿਹਨਾਂ ਦੇ ਪੈਰੋਂ ਹੋਇਆ? ਤੁਹਾਡੇ ਪੈਰੋਂ ਤੋਂ, ਕਿਉਂਕਿ ਫਜ਼ੂਲ ਖਰਚੀ। ਮੈਂ ਤਾਂ ਕਹੂੰਗਾ ਜਿਹੜਾ IAS ਰਿਟਾਇਰ ਹੁੰਦਾ ਹੈ ਜੀ, ਉਹਨੂੰ ਕੋਈ ਨਾ ਕੋਈ ਕਮਿਸ਼ਨ ਦਾ ਚੇਅਰਮੈਨ ਜਾਂ ਹੋਰ, ਬਿਲਕੁਲ, ਇਹ ਉਹ ਅਫਸਰ ਹੈ ਜਿਹੜੇ ਚੰਗੇ ਬੰਦੇ ਕੰਮਾਂ 'ਚ ਇਹਨਾਂ ਦਾ ਸਾਥ ਦਿੰਦੇ ਰਹੇ ਜੀ। ਇਹ ਕਿਆ ਬੋਝ ਨਹੀਂ ਹੈ? ਲੋਕ ਦੇਖ ਰਹੇ ਨੇ, ਜੇ ਬੋਲਦੇ ਨਹੀਂ, ਦੇਖ ਤਾਂ ਰਹੇ ਨੇ ਹੈ ਜੀ। ਇਸੇ ਤਰ੍ਹਾਂ ਤੁਸੀਂ ਦੇਖੋਗੇ OSD ਜਿਹੜੇ ਜਿਨ੍ਹਾਂ ਦਾ ਤਲਕ ਹੀ ਨਹੀਂ ਕਾਂਗਰਸ ਨਾਲ ਜੀ, ਚਹੇਤੇ ਨੇ ਹੈ ਜੀ, ਉਹ ਲਾਏ ਹੋਏ ਨੇ। ਉਹਨਾਂ 'ਤੇ ਕਿਹਾ ਸਰਕਾਰੀ ਖਰਚ ਨਹੀਂ ਹੁੰਦਾ, ਉਹਨਾਂ ਨਾਲ ਗਨਮੈਨ ਨਹੀਂ ਹੈ। ਇਹ 'ਚ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕੁਛ ਨੇ, ਕਰਦੇ ਕੁਛ ਹੈ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ ਛਿੜਿਆ ਪਿਆ ਹੈਗਾ, 2022 'ਚ ਕਿਤੇ ਕਲੇਸ਼ ਪਾਰਟੀ ਵਾਸਤੇ, ਘਰ ਵਾਸਤੇ ਨੁਕਸਾਨ ਨਾ ਹੋ ਜਾਏ ਜੀ? ਦੇਖੋ ਗੱਲ ਇਹ ਹੈ, ਕਾਂਗਰਸ ਨੂੰ ਕੀ ਦੇਣਾ ਹੈ ਕੈਪਟਨ ਅਮਰਿੰਦਰ ਸਿੰਘ ਦੀ? ਨਹੀਂ, ਮੈਂ ਵੈਸੇ ਗੱਲ ਕਰਦਾ, ਪਰ ਉਸੇ ਕਾਂਗਰਸ ਨੇ 2 ਵਾਰ ਕਾਂਗਰਸ, ਦੇਖੋ ਨਾ ਕਾਂਗਰਸ ਦੀ ਸਰਕਾਰ ਹੈ, ਇਹਨਾਂ ਦੀ ਕੋਈ ਦੇਣ ਨਹੀਂ। ਹੁਣ ਕਾਂਗਰਸ ਦੀ ਸਰਕਾਰ ਨੇ ਐਂਟਰ ਕੀਤੇ ਨੇ, ਕਾਂਗਰਸ ਦੇ ਖਿਲਾਫ ਲੜੇ ਹੈ ਜੀ, MP ਬਣੇ, ਕਾਂਗਰਸ ਦੀ ਪਿੱਠ 'ਚ ਛੁਰਾ ਮਾਰ ਕੇ ਅਸਤੀਫਾ ਦੇ ਕੇ ਨਿਕਲ ਗਏ। ਫਿਰ ਇਹ ਬਾਦਲ ਨਾਲ ਜਿਹੜੇ, ਬਾਦਲ ਨਾਲ ਵੀ ਕਲੇਸ਼ ਪਾਇਆ ਹੈ ਜੀ। ਫਿਰ ਬਰਨਾਲੇ ਨਾਲ ਗਏ, ਉਹਦੇ ਨਾਲ ਨਹੀਂ ਮਿਲਣੀ ਵੀ 4-5 ਤਾਂ ਅਕਾਲੀ ਦਲ ਬਣਾਏ ਇਹਨਾਂ ਨੇ ਆਪਣੇ। ਮੈਂ ਤਾਂ ਹੈਰਾਨ ਹੈ ਵੀ ਸਾਡੀ ਪਾਰਟੀ ਦੀ ਲੀਡਰਸ਼ਿਪ, ਮੈਂ ਕਹਾਂਗਾ ਕਿ ਜਿਹੜੇ ਬੰਦੇ ਦਾ ਪਾਰਟੀ 'ਚ ਰੋਲ ਕੋਈ ਨਹੀਂ, ਪਾਰਟੀ ਦਾ ਕੁਛ ਨਹੀਂ, ਠੀਕ ਹੈ, ਔਰ ਲੋਕ ਵੀ ਅੱਜ ਪਛਤਾ ਰਹੇ ਨੇ, ਲੋਕ ਪਛਤਾ ਰਹੇ ਨੇ, ਪਾਰਟੀ ਵੀ ਪਛਤਾ ਰਹੀ ਕਿ ਨਹੀਂ, ਪਾਰਟੀ ਦੀ ਲੀਡਰਸ਼ਿਪ ਵੀ ਪਛਤਾ ਰਹੀ ਹੈ ਵੀ ਅਸੀਂ ਕੀ ਸਟੈਪ ਕਰ ਲਿਆ। ਔਰ ਜਿੱਥੇ ਤੱਕ ਮੈਨੂੰ ਪਤਾ ਹੈ, ਬਾਜਵਾ ਜਦੋਂ ਪ੍ਰਧਾਨ ਸੀ, ਇਹਦੇ ਖਿਲਾਫ ਇਹ ਉਦੋਂ ਵੀ ਇਹਦੀ ਗੱਲਬਾਤ ਉੱਪਰ ਹੋ ਗਈ ਸੀ BJP ਨਾਲ, ਅਮਿਤ ਸ਼ਾਹ, ਮੋਦੀ ਇਹਨਾਂ ਨਾਲ ਹੋ ਗਈ ਸੀ। ਇਹ ਉਦੋਂ ਵੀ ਪਾਰਟੀ ਨੂੰ, ਕਿਉਂਕਿ ਦੇਖੋ ਬਾਦਲ ਨੂੰ ਵੀ ਇਹਨੇ ਧੋਖਾ ਦਿੱਤਾ, ਬਰਨਾਲੇ ਨੂੰ ਵੀ ਧੋਖਾ ਦਿੱਤਾ, ਆਪਣੀ ਕੁਰਸੀ ਲਈ ਵੀ ਮੈਂ ਕਿਵੇਂ ਨਾ ਕਿਵੇਂ ਆਵਾਂ। ਇਹਨੇ ਥ੍ਰੈਟ ਕੀਤਾ ਜੇ ਮੈਨੂੰ ਨਹੀਂ ਹੋਊਗਾ ਤਾਂ ਮੈਂ ਕੁਛ MLA ਨੂੰ ਵੀ ਇਹਨੇ ਕੌਨਫੀਡੈਂਸ ਲਿਆ, ਸਾਰਿਆਂ ਨੂੰ ਪਤਾ ਪਾਰਟੀ ਨਵੀਂ ਬਣਾਉਣ ਲਈ। ਇਸ ਲਈ ਇਹਨੂੰ ਬਾਜਵੇ ਨੂੰ ਘਰ ਬਹਾਤਾ, ਬਾਜਵੇ ਨੂੰ ਫਿਰ ਇਸੇ ਕਰਕੇ ਰਾਜ ਸਭਾ ਦਿੱਤੀ ਹੈ। ਪਾਰਟੀ ਨੂੰ ਵੀ ਪਛਤਾਵਾ ਹੈਗਾ। ਦੇਖੋ ਇਹ ਕੋਈ, ਮੈਂ ਜੋ ਸਮਝਦਾ ਪਾਰਟੀ ਨੂੰ ਦੇਣ ਕੀ ਹੈ ਕੈਪਟਨ ਸਾਹਿਬ ਦੀ, ਕਾਂਗਰਸ ਨੂੰ, ਉਸੇ ਪਾਰਟੀ ਨੇ 2 ਵਾਰ ਮੁੱਖ ਮੰਤਰੀ ਬਣਾਤਾ ਜੀ। ਮੈਂ ਇਹੀ ਤਾਂ ਗੱਲ ਹੈ, ਜਿਸ ਬੰਦੇ ਦੀ ਕਿਉਂ, ਉਹੀ ਲੀਡਰਸ਼ਿਪ ਹੈ, ਉਸੇ ਲੀਡਰਸ਼ਿਪ ਨੇ ਤੁਹਾਨੂੰ ਵੀ ਪ੍ਰਧਾਨ ਬਣਾਇਆ, ਉਸੇ ਲੀਡਰਸ਼ਿਪ ਨੇ ਬਾਜਵਾ ਸਾਹਿਬ ਨੂੰ ਪ੍ਰਧਾਨ ਬਣਾਇਆ। ਲੋਕ ਭੁਲੇਖੇ 'ਚ ਆ ਗਏ, ਲੋਕਾਂ ਨੇ ਇਤਬਾਰ ਕੀਤਾ ਵੀ ਕੈਪਟਨ ਅਮਰਿੰਦਰ ਸਿੰਘ 'ਤੇ, ਕਿਉਂਕਿ ਕੈਪਟਨ ਵਿਦ ਕਾਫੀ, ਟੀ ਵਿਦ ਕੈਪਟਨ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਹੋ ਜਿਹੇ ਮਾਟੋ ਵੀ ਬੜੇ ਲੱਗੇ, ਲੋਕਾਂ ਨੂੰ ਭਰਮਾ ਲਿਆ
ਔਰ ਸਾਰਿਆਂ ਨਾਲੋਂ ਬੜੀ ਗੱਲ ਹੈ ਜਿਹੜਾ ਗੁਟਕਾ ਸਾਹਿਬ ਚੱਕਿਆ। ਗੁਟਕਾ ਸਾਹਿਬ ਦਾ ਬੜਾ ਲੋਕਾਂ 'ਚ ਸੈਂਟੀਮੈਂਟਲ ਦਾ ਅਸਰ ਹੋਇਆ ਕਿ ਇੱਕ ਬੰਦਾ ਜਿਹੜਾ ਗੁਟਕੇ ਦੇ ਉੱਤੇ ਸਾਹਿਬ, ਉਹ ਵੀ ਦਮਦਮਾ ਸਾਹਿਬ 'ਤੇ ਪਵਿੱਤਰ ਧਰਤੀ ਦੇ ਉੱਤੇ ਸਹੁੰ ਖਾ ਰਿਹਾ ਕਿ ਮੈਂ ਨਸ਼ਾ 3 ਹਫ਼ਤਿਆਂ 'ਚ ਖਤਮ ਕਰ ਦੂੰ। ਮੈਂ ਥਾਣਿਆਂ ਦੀ, ਤਹਿਸੀਲਾਂ ਦੀ ਕਰਪਸ਼ਨ ਜਿਹੜੀ ਹੈ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ, ਜੋ ਇਹਨਾਂ ਗੱਲਾਂ ਕਹੀਆਂ ਕੈਪਟਨ ਸਾਹਿਬ ਨੇ ਹੈ ਜੀ, ਰੁਜ਼ਗਾਰ ਦੀ, ਘਰ ਘਰ ਨੌਕਰੀ ਦੀ ਗੱਲ ਕੀਤੀ। ਉਹ ਅੱਜ ਵੀ ਕਹਿ ਰਹੇ ਕਿ 6 ਲੱਖ ਲੋਕਾਂ ਨੂੰ ਦੇਣਾ 1.5 ਸਾਲ ਦੇ ਵਿੱਚ ਨੌਕਰੀ ਜੀ। 40,000 ਤਾਂ ਬਿਜਲੀ ਬੋਰਡ ਤੋਂ ਕੱਢ ਰਹੇ ਨੇ। ਇਹ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਗੱਲਾਂ ਨੇ। ਜਿਹੜੇ ਹੁਣ ਕਹਿੰਦੇ 10 ਲੱਖ ਨੌਕਰੀ ਦਿੱਤੀ ਹੈ, ਤੁਸੀਂ ਰਿਪੋਰਟਰ ਹੋ, ਤੁਸੀਂ ਕਿਸੇ ਪਿੰਡ 'ਚ ਜਾਓ, ਪਤਾ ਕਰੋ ਵੀ ਪੰਜਾਬ ਸਰਕਾਰ ਨੇ ਕਿਹੜੀ ਨੌਕਰੀ ਦਿੱਤੀ ਹੈ। ਇਹ ਤਾਂ ਮੂੰਹ ਬੋਲ ਦੀ ਪਿਕਚਰ ਹੈ। ਹਰ ਪਿੰਡ ਦੇ ਲੋਕ ਮੁਲਾਜ਼ਮ ਜਿਹੜੇ ਕੱਚੇ ਆ ਉਹ ਨਹੀਂ ਪੱਕੇ ਹੁੰਦੇ। ਤੁਸੀਂ ਆਸ਼ਾ ਵਰਕਰ ਹੈ ਜਾਂ ਆਂਗਣਵਾੜੀ ਹੈ। ਜਦੋਂ ਆਜ਼ਾਦੀ ਦੇ ਦਿਹਾੜੇ ਮੌਕੇ ਬਹੁਤ ਵੱਡਾ ਦਿਹਾੜਾ, ਉਸ ਮੌਕੇ ਕਿਹਾ ਕਿ ਅਸੀਂ 6 ਲੱਖ ਲੋਕਾਂ ਨੂੰ ਸਰਕਾਰੀ ਤੇ ਗੈਰ ਸਰਕਾਰੀ ਲੋਕ, ਮੈਂ ਕਹਿੰਦਾ ਇਹ ਕਹਿਣੀ ਔਰ ਕਥਨੀ 'ਚ ਬੜਾ ਫਰਕ ਹੈ। ਅੱਛਾ, ਤੁਸੀਂ ਕਿਹਾ ਕਿ ਜੀ ਕਾਫੀ ਵਿਦ ਕੈਪਟਨ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਤੁਹਾਨੂੰ ਫਾਇਦਾ ਤਾਂ ਹੋਇਆ ਕਾਂਗਰਸ ਪਾਰਟੀ ਜਿਹੜੀ 10 ਸਾਲ ਸੱਤਾ 'ਚ ਬਾਹਰ ਬੈਠ ਰਹੀ, ਉਹਨਾਂ ਦੀ ਸਰਕਾਰ ਬਣ ਗਈ। ਦੇਖੋ ਗੱਲ ਇਹ ਹੈ, 10 ਸਾਲ ਤੋਂ ਬਾਅਦ ਸਰਕਾਰ ਆਈ, ਉਹ ਅਕਾਲੀਆਂ ਦੀ ਮਾਫੀਆ ਰਾਜ ਹੋਣ ਕਰਕੇ। ਇਹਦੇ 'ਚ ਕਾਂਗਰਸ ਦਾ ਕੈਪਟਨ ਦਾ ਕੋਈ ਰੋਲ ਮੈਂ ਨਹੀਂ। ਜਿਹੜੀ ਗੱਲ ਕਰਦਾ, ਇੱਕ ਤਾਂ ਗੁਟਕਾ ਸਾਹਿਬ ਦਾ ਬੜਾ ਅਸਰ ਸੀ ਲੋਕਾਂ 'ਤੇ, ਦੂਸਰਾ ਲੋਕ ਫੈਡਅਪ ਸੀ ਬਾਦਲਾਂ ਤੋਂ, ਅਕਾਲੀ ਦਲ ਤੋਂ, ਜਿਹੜਾ ਮਾਫੀਆ, ਹਰ ਤਰ੍ਹਾਂ ਦਾ ਮਾਫੀਆ ਕੰਮ ਬਦਨਾਮ ਹੋ ਚੁੱਕੀ ਸੀ, ਜ਼ੋਰਾਂ 'ਤੇ ਸੀ। ਅਸੀਂ ਉਹ ਵੀ ਬੈਰੀਅਰ ਕ੍ਰਾਸ ਕਰਤੇ। ਅਸੀਂ ਤਾਂ ਬਾਦਲਾਂ ਨੂੰ ਵੀ ਭੈੜੇ ਨਿਕਲੇ। ਜੋ ਅੱਜ ਲੋਕਾਂ 'ਚ ਚਰਚਾ ਹੈ, ਉਹ ਕਹਿੰਦੇ ਅਸੀਂ ਅਕਾਲੀਆਂ ਨੂੰ ਕਹਿੰਦੇ ਤੇ ਤਾਂ ਉਹਨਾਂ ਨੂੰ ਵੀ ਮਾੜੇ ਨੇ। ਤੁਸੀਂ ਮੈਨੂੰ ਅੱਜ ਹਾਈ ਕੋਰਟ ਨੇ, ਅੱਜ ਮੈਂ ਪੜ੍ਹਿਆ, ਮਾਈਂਡ ਦੇ ਬਾਰੇ ਬੜਾ ਫੈਸਲਾ ਦਿੱਤਾ। ਉੱਥੋਂ ਹੀ ਸਬਕ ਸਿੱਖ ਲੈਣ। ਇਹ ਤਾਂ ਪ੍ਰਭੂਪੜ ਦੀ ਗੱਲ ਹੈ। ਸਾਰੇ ਪੰਜਾਬ 'ਚ ਗੁੰਡਾ ਟੈਕਸ ਲੱਗਿਆ ਹੋਇਆ ਹੈ ਜੀ। ਹਾਈ ਕੋਰਟ ਨੇ ਡਿਸੀਜਨ ਲਿਆ। ਅਸੀਂ ਵੀ ਹਾਈ ਕੋਰਟ ਤੋਂ ਹੀ ਮੰਗਦੇ ਹਾਂ ਕਿ ਜਿਹੜਾ ਲੀਕਰ ਦੀ ਜਿਹੜੀ ਹੈ ਇਨਕੁਆਇਰੀ ਹੈ, ਜਿਹੜੀਆਂ ਇਲੀਗਲ ਡਿਸਟਿਲਰੀਆਂ ਨੇ ਇਹ ਪਕੜੀਆਂ ਨੇ, ਇਹ ਹਾਈ ਕੋਰਟ ਦੇ ਜੱਜ ਤੋਂ ਹੋਣ ਜਾਂ CBI ਤੋਂ ਹੋਣ। ਪਰ ਉਹ ਇੰਟਰਸਟੇਟ ਸਮਗਲਿੰਗ ਹੋਈ ਹੈ। ਪਰ ਉਹ ਕਹਿੰਦੇ ਤੁਸੀਂ ਉੱਥੇ ਜਾ ਕੇ ਤਾਂ ਅਨੁਸ਼ਾਸਨ ਭੰਗ ਕਰਤਾ ਨਾ ਜੀ, ਗਵਰਨਰ ਕੋਲ ਜਾ ਕੇ। ਨਹੀਂ, ਅਨੁਸ਼ਾਸਨ ਜੇ ਸਮਗਲਨ ਦੇ ਖਿਲਾਫ ਬੋਲਣਾ ਹੈ, ਕਾਂਗਰਸ ਦਾ ਕਲਚਰ ਕੀ ਹੈ? ਨਾ ਤਾਂ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਬਾਰੇ ਪਤਾ ਹੋਊ ਤਾਂ, ਕਿਉਂਕਿ ਹੁਣ ਤਾਂ ਖਾਲਿਸਤਾਨ ਦਾ ਵੀ ਪਤਾ ਹੈ ਵੀ ਖਾਲਿਸਤਾਨ ਦਾ ਰੈਜ਼ੋਲੂਸ਼ਨ ਕਿਵੇਂ ਬਣਾਇਆ ਸੀ। ਅਸੀਂ ਤਾਂ ਨਹੀਂ ਬਣਾਇਆ। ਔਰ ਜਿਵੇਂ ਮਿਲੀਟੈਂਸੀ ਦੇ ਭੋਗਾਂ 'ਤੇ ਜੇ ਲੋਕ ਜਾਂਦੇ ਰਹੇ ਨੇ, ਮੈਂ ਇਹੀ ਤਾਂ ਗੱਲ ਕਰ ਰਿਹਾ ਵੀ ਕਿ ਅੱਜ ਕਾਂਗਰਸ ਦੇ ਨਾਂ 'ਤੇ ਕਾਂਗਰਸ ਹੀ ਨਹੀਂ ਹੈ ਇਹ ਤਾਂ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਕਰਜ਼ਾ ਵੀ 2.5 ਲੱਖ ਕਰੋੜ ਹੋ ਗਿਆ 125 ਕਰੋੜ ਤੋਂ। ਜਿਹੜੀ ਇਹ ਗੱਲ ਕਰਦੇ ਨੇ ਕਿ ਮੈਂ ਜਿੰਨਾ ਅਰੈਸਟ ਨਹੀਂ ਕਰਾਂਗਾ ਜਿੰਨਾ ਤੱਕ ਇਕਾਨਮੀ ਠੀਕ ਨਹੀਂ ਹੁੰਦੀ, ਉਹਦੇ 'ਤੇ ਲਾਈਨ 'ਤੇ ਨਾ ਲਿਆ ਦੇਵਾਂ। ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਅਜੇ ਜਿਹੜਾ ਸਾਰ ਰਹਿੰਦਾ ਹੈ ਇਹ ਸਵਾ ਡਬਲ ਹੋਊਗੀ ਤੇ ਪਤਾ ਨਹੀਂ ਕਿੰਨਾ ਹੋ ਜਾਊਗਾ ਕਰਜ਼ਾ। ਨਹੀਂ, ਜਿਹੜੀ ਇਹਨਾਂ ਬਾਰੇ ਸਟੈਪ ਕਿਹੜੇ ਚੱਕੇ ਨੇ? ਨਹੀਂ ਕੈਪਟਨ ਨਹੀਂ, ਇਕਾਨਮੀ ਨੂੰ ਮੈਂ ਕੁਐਸਚਨ ਕਰਦਾ ਜੀ। ਪੰਜਾਬ ਦੀ ਇਕਾਨਮੀ ਨੂੰ ਬੂਸਟ ਕਰਨ ਵਾਸਤੇ ਇਹ ਸਰਕਾਰ ਨੇ ਕਿਹੜੇ ਸਟੈਪ ਚੱਕੇ ਨੇ? ਫਾਈਨੈਂਸ ਮਿਨਿਸਟਰ ਵੀ ਬੜਾ ਕਾਬਲ ਦੱਸਦੇ ਹੈ, ਮਨਪ੍ਰੀਤ ਬਾਦਲ। ਉਹ ਬਾਦਲਾਂ ਵੇਲੇ ਵੀ ਫਾਈਨੈਂਸ ਮਿਨਿਸਟਰ ਸੀ ਜੀ, ਤੇ ਹੁਣ ਵੀ ਉਹਨੇ ਵੀ ਕੋਈ ਆਪਣਾ ਜਲਵਾ ਨਹੀਂ ਦਿਖਾਇਆ। ਕੈਪਟਨ ਸਾਹਿਬ ਨੇ ਵੀ ਜਲਵਾ ਨਹੀਂ ਦਿਖਾਇਆ। ਮੈਨੂੰ ਇਹ ਤਾਂ ਦੱਸ ਦਿਓ, ਕਰਜ਼ਾ 125 ਤੋਂ 2.5 ਲੱਖ ਕਰੋੜ ਹੋ ਜਾਂਦਾ ਹੈ, ਇਹ ਲੀਹ ਤੇ ਕਿਵੇਂ ਲਿਆਊਗਾ? ਕਿਹੜਾ ਫਾਰਮੂਲਾ ਹੈ? ਮੈਨੂੰ ਲੱਗਦਾ ਵੀ ਇਕਾਨਮੀ ਬਰਬਾਦ ਹੋ ਜਾਏਗੀ। ਅੱਛਾ, ਤੁਸੀਂ ਕੈਪਟਨ ਸਾਹਿਬ ਬਾਰੇ ਤੇ ਕਾਫੀ ਸੋਚੀ ਰਹੇ, ਹਾਈ ਕਮਾਨ ਨੂੰ ਨਹੀਂ ਸੋਚੀ ਹੈਗੀ ਕੈਪਟਨ ਅਮਰਿੰਦਰ ਸਿੰਘ ਬਾਰੇ? ਦੇਖੋ ਤਾਂ ਮੈਂ ਇੱਕ ਪਹਿਲਾ ਜਵਾਬ ਦੇ ਦੇਵਾਂ। ਇਕਾਨਮੀ ਦੀ ਗੱਲ ਹੈ, ਉਹ ਤਾਂ ਠੂਠਾ ਫੜ ਕੇ ਤਾਂ ਮੋਦੀ ਨੂੰ ਲਿਖਦੇ ਨੇ, ਠੂਠਾ ਹੀ ਚੱਕਿਆ ਹੋਇਆ ਜੀ ਜੀ। ਹਰ ਗੱਲ 'ਚ ਕਰੋਨਾ ਬਾਰੇ ਵੀ ਸਾਨੂੰ ਦਿਓ ਪੈਕੇਜ, ਵੈਸੇ ਵੀ ਪੈਕੇਜ ਦਿਓ ਜੀ। ਤੁਸੀਂ ਆਪਣੀ ਖਰਚੇ ਘਟਾ ਲਓ। ਆਹ ਜਿਹੜੇ 15 14 IAS ਜਿਹੜੇ ਤੁਹਾਡੇ ਪਿਛਲੇ ਕੰਮਾਂ 'ਤੇ ਗਲਤ ਕੰਮਾਂ 'ਚ ਸਾਥ ਦਿੰਦੇ ਰਹੇ ਨੇ ਜਾਂ ਪਰਦਾ ਪਾਉਂਦੇ ਰਹੇ ਨੇ, ਚਾਹੇ ਉਹ IPS ਅਫਸਰ ਹੈ ਚਾਹੇ IP ਹੈ, ਉੱਥੇ ਕਿਹੜਾ ਕਾਂਗਰਸ ਵਰਕਰ ਲਾਇਆ? ਮੈਨੂੰ ਦੱਸ ਦਿਓ ਜੀ। 15-16 ਲਾਤੇ। ਜਿਹੜਾ ਰਿਟਾਇਰ ਹੁੰਦਾ ਉਹਨੂੰ, ਕਿਉਂਕਿ ਉਹ ਤਾਂ ਅੱਗੇ ਵੀ ਬਥੇਰਾ ਉਹਨਾਂ ਕੋਲ ਮਾਲ ਹੈ,
ਉਹਨਾਂ ਨੇ ਪੰਜਾਬ 'ਚ ਜੇ ਪੋਲੀਟੀਕਲ ਆਦਮੀਆਂ ਨੇ 4 ਪੈਸੇ ਬਣਾਏ ਹੈ, ਅਫਸਰਾਂ ਨੇ ਘੱਟ ਨਹੀਂ ਬਣਾਏ। ਜੇ ਇਹਨਾਂ ਨੇ ਜ਼ਿਆਦਾ ਬਣਾਏ ਹੋਣੇ ਆ, ਕਿਉਂਕਿ ਉਹਨਾਂ ਨੇ ਇਹਨਾਂ ਦੇ ਵਿੱਚ ਗਲਤ ਜਿਹੜੇ ਕੰਮ ਕੀਤੇ ਆ ਉਹ ਕਰਦੇ ਰਹੇ ਨੇ, ਫਲ ਮਿਲਿਆ, ਕਰਾਉਂਦੇ ਰਹੇ, ਫਲ ਦਿੱਤਾ ਉਹਨਾਂ ਨੂੰ। ਹਾਂਜੀ, ਫਲ ਦਿੱਤਾ ਉਹਨਾਂ ਨੂੰ ਮੈਂ ਸਮਝਦਾ ਹੈ ਜਾਂਦੇ ਹੋਏ ਨੂੰ ਮੈਂ ਉਹ ਦੇ ਦਿੰਦੇ ਨੇ ਸਰੋਪੇ। ਇਹ ਸਰੋਪੇ ਨੇ। ਅੱਛਾ, ਇਹ ਦੱਸੋ, ਤੁਸੀਂ ਕਹਿ ਰਹੇ ਕਿ ਔਰ ਜਿਹੜੇ ਮੌਜੂਦਾ IPS ਹੈ, ਆਏ ਅਫਸਰ ਹੈ, ਜੀ, ਇਹਨਾਂ ਲਈ ਵੀ ਹੈ ਵੀ ਦੇਖੋ ਵੀ ਇਹਨਾਂ ਨੇ ਸਾਥ ਦਿੱਤਾ ਗਲਤ ਕੰਮਾਂ 'ਚ, ਰਿਟਾਇਰ ਹੋ ਕੇ ਵੀ ਲਾਤੇ। ਉਹ ਇਹ ਝੱਕ ਬੈਠਣਗੇ ਵੀ ਆਪਣਾ ਜੋ ਕਹਿੰਦੇ ਆ ਕਰੀ ਜਾਓ ਅਫਸਰ। ਇਹ ਉਹਨਾਂ ਨੂੰ ਵੀ ਪ੍ਰਲੋਭਨ ਦੇ ਰਹੇ ਨੇ। ਇਹ ਤੁਸੀਂ ਕਹਿ ਰਹੇ ਕਿ ਕੈਪਟਨ ਸਾਹਿਬ BJP ਦੇ ਨਾਲ ਵੀ ਯਾਰੀ ਪਾਉਂਦੇ ਰਹੇ ਕਿਸੇ ਵੇਲੇ, ਪਰ ਉਹ ਤੇ ਜਦੋਂ ਦੇ ਤੁਸੀਂ ਆਹ ਵਾਲਾ ਐਕਸ਼ਨ ਕੀਤਾ ਤੁਹਾਡੇ ਤੇ ਇਲਜ਼ਾਮ ਲਾ ਰਹੇ, ਜਾਖੜ ਸਾਹਿਬ ਨੂੰ ਸਾਰੇ ਮੰਤਰੀ ਕਹੀ ਜਾ ਰਹੇ ਨੇ ਕਿ ਪਾਰਟੀ ਦਾ ਨੁਕਸਾਨ ਕਰ ਰਹੇ ਹੈਗੇ ਨੇ ਜੀ, ਦੁੱਲੋ ਸਾਹਿਬ ਔਰ ਬਾਜਵਾ ਸਾਹਿਬ। ਜਿਹੜਾ ਕੰਮ ਜਾਖੜ ਨੂੰ ਕਰਨਾ ਚਾਹੀਦਾ ਤੇ ਉਹ ਅਸੀਂ ਕੀਤਾ, ਮੈਂ ਤੇ ਬਾਜਵੇ ਨੇ। ਜਾਖੜ ਪ੍ਰਧਾਨ ਹੈ ਜੀ, ਨੌ ਕਾਂਗਰਸ ਦਾ ਵੀ, ਕਾਂਗਰਸ ਦੀ ਸਰਕਾਰ ਹੈ ਨਹੀਂ ਜੀ, ਬਿਲਕੁਲ ਨਹੀਂ। ਕਾਂਗਰਸ ਦੀ ਜਿਹੜੇ ਵਿਚਾਰੇ ਕਾਂਗਰਸੀ ਉਹ ਤਾਂ ਨਮੋਸ਼ੀ 'ਚ ਬੈਠੇ ਨੇ, ਉਹਨਾਂ ਦੀ ਵੈਲਿਊ ਕੋਈ ਨਹੀਂ ਹੈ। ਜਿਹੜੇ ਟੋਡੀ ਨੇ, ਇੱਕ ਸ਼ਬਦ ਹੁੰਦਾ ਪੰਜਾਬੀ 'ਚ ਟੋਡੀ, ਚਾਪਲੂਸ ਹੈ, ਦਰਬਾਰੀ ਜਿਹੜੇ ਗੁਣਗਾਨ ਕਰਦੇ ਨੇ, ਉਹ ਬੋਰਡਾਂ 'ਚ ਲਾਤੇ ਹੈ ਜੀ, ਜਿਨ੍ਹਾਂ ਕੋਈ ਤਲਕ ਹੀ ਨਹੀਂ, ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ। ਸਵਾਲ ਇਹ ਹੈ ਵੀ ਇਹ ਜਿਹੜਾ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਖਰਚੇ ਘਟਾਉਣ ਦੀ ਗੱਲ ਕਰਦਾ ਹੈ, ਆਪਣੀ ਇਕੋਨਮੀ ਦੀ ਗੱਲ ਕਰਦਾ ਹੈ, ਇਹ ਇਹਨਾਂ ਨੂੰ ਖਰਚੇ ਜਿੰਨੇ ਹੈ ਮਹਿਕਮਿਆਂ 'ਚ ਦੇਖੇ, ਹੋਰ ਦੇਖੇ, ਜਿੰਨੇ ਘਟਾ ਸਕਦਾ ਘਟਾਵੇ ਹੈ ਜੀ। ਅੰਪਲਾਇਮੈਂਟ ਤਾਂ ਦੇ ਨਹੀਂ ਰਹੇ। 40,000 ਆਦਮੀ, ਬਿਜਲੀ ਬੋਰਡ ਦਾ ਮੈਂ ਅੱਜ ਪੜ੍ਹਿਆ ਜੀ। ਅੱਛਾ, ਉਧਰ ਜਿਹੜੇ ਪੰਨੂ ਸਾਹਿਬ ਹੈ ਜੀ ਐਗਰੀਕਲਚਰ ਦੇ, ਉਹ ਬੜਾ ਅੱਛਾ ਅਫਸਰ ਹੈ ਜੀ, ਇਮਾਨਦਾਰ ਹੈਗੇ ਨੇ, IAS ਵੀ ਹੈਗੇ ਨੇ, ਬਿਜ਼ਨਸ ਨਹੀਂ ਹੋਇਆ, ਪੋਲਿਟਿਕਸ 'ਚ ਵੀ ਹੈਗੇ ਨੇ, ਪੁਲਿਸ 'ਚ ਵੀ ਹੈਗੇ ਨੇ, ਪਰ ਇੱਕਾ ਦੁੱਕਾ ਹੀ ਮਿਲਦਾ, ਬਾਕੀ ਤਾਂ ਸਭ ਚੂਨਾ ਲਾਉਣ ਵਾਲੇ। ਹੁਣ ਹਾਈ ਕਮਾਂਡ, ਕਿਉਂਕਿ ਤੁਹਾਡਾ ਵੀ ਹਾਈ ਕਮਾਂਡ ਦੇ ਵਿੱਚ ਚੰਗਾ ਰੁਤਬਾ ਹੈਗਾ, ਪਹੁੰਚ ਹੈਗੀ ਹੈ, ਇਹ ਜਿਹੜੀ ਤੁਹਾਡੀ ਚੱਲ ਰਿਹਾ ਹੈਗਾ ਆਪਸੀ ਕਲੇਸ਼, ਠੀਕ ਹੋਣ ਦੀ ਉਮੀਦ ਹੈਗੀ ਤੁਹਾਨੂੰ, ਜਾਂ ਹੁਣ ਕੈਪਟਨ ਸਾਹਿਬ ਦੁਬਾਰਾ ਤੱਕ ਫੋਨ ਕਰਕੇ ਇਕੱਠੇ ਕੋਈ ਇੱਦਾਂ ਦਾ ਕੋਈ ਵਿਚੋਲਾ ਪਾਇਆ ਜਾ ਰਿਹਾ ਹੈ ਜੀ ਹਾਈ ਕਮਾਂਡ ਨੂੰ, ਜਾਂ ਆਸ਼ਾ ਕੁਮਾਰੀ ਕੋਈ ਕੋਸ਼ਿਸ਼ ਕਰ ਰਹੀ ਹੈਗੀ ਜੀ? ਅਸਲ 'ਚ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਹੈ, ਆਸ਼ਾ ਕੁਮਾਰੀ ਦੀ ਇੱਕ, ਉਹ ਹਰੀ ਚੌਧਰੀ ਦੀ ਜੀ, ਔਰ ਇਹ ਸਾਰੇ ਰਲ ਮਿਲ ਗਏ ਜੀ। ਇਹਨਾਂ ਨੇ ਪੁਰਾਣੇ ਕਾਂਗਰਸੀਆਂ ਦੀਆਂ ਟਿਕਟਾਂ ਕਟਵਾਈਆਂ ਰਲ ਮਿਲ ਕੇ, ਕਿਉਂਕਿ ਇਹਨਾਂ ਨੇ ਕਰੋੜਾਪਤੀ ਬੰਦੇ ਲਿਆਂਦੇ MLA ਬਣਾ ਜੀ, ਔਰ ਬਿਜ਼ਨਸਮੈਨ ਲਿਆਂਦੇ, ਮਾਫੀਆ ਲਿਆਂਦੇ ਜੀ, ਕਾਫੀ ਜਿਹੜੇ ਨੇ ਇਨਵਾਲਵ ਨੇ ਮਾਈਨ ਦੇ ਵਿੱਚ, ਸ਼ਰਾਬ 'ਚ, ਕਈ ਤਰ੍ਹਾਂ ਦੇ ਇਹ ਕੰਮਾਂ 'ਚ ਇਨਵਾਲਵ ਨੇ। ਇਸ ਕਰਕੇ ਇਹ ਸਾਰਾ ਕਸੂਰ ਤਾਂ ਇਹਨਾਂ ਦਾ ਦਿੱਲੀ ਵਾਲਿਆਂ ਨੂੰ ਇੰਨਾ ਨਹੀਂ ਪਤਾ ਹੁੰਦਾ ਜੀ। ਜਿਹੜੇ ਇੰਚਾਰਜ, ਦੇਖੋ ਕਿ ਮੈਂ ਵੀ ਕਈ ਸਟੇਟਾਂ 'ਚ ਰਿਹਾ ਜੀ, ਜਿਹੜੇ ਇੰਚਾਰਜ ਹੁੰਦੇ ਆ ਉਹਨਾਂ ਦੀ ਰਿਕਮੈਂਡੇਸ਼ਨ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਉਹਨਾਂ ਕੋਲ ਇੰਨੀ ਫੀਡਬੈਕ ਨਹੀਂ ਹੁੰਦੀ। ਲੋਕਲ ਅਸੀਂ ਬਥੇਰਾ ਰੌਲਾ ਪਾਇਆ, ਐਸੀ ਗੱਲ ਨਹੀਂ ਹੈ, ਪਰ ਮੈਂ ਇਕੱਲਾ ਹੀ ਰਹਿ ਗਿਆ ਰੌਲਾ ਪਾਉਂਦਾ, ਬਾਕੀ ਸਭ ਆਪਣਾ ਮਾੜਾ ਮੋਟਾ ਸੈਟਲਸ ਕਰ ਗਏ। ਨਹੀਂ, ਹੁਣ ਤੁਹਾਡਾ ਬਣਿਆ ਨਹੀਂ ਵਿਚਾਰ ਜੀ ਸੋਨੀਆ ਗਾਂਧੀ ਨੂੰ ਮਿਲਣ ਵਾਸਤੇ? ਤੁਹਾਡਾ ਔਰ ਬਾਜਵਾ ਸਾਹਿਬ ਟਾਈਮ ਮੰਗਿਆ ਹੋਇਆ, ਸੋਨੀਆ ਗਾਂਧੀ ਜੀ ਤੋਂ ਟਾਈਮ ਮੰਗਿਆ, ਜਿੱਦਾਂ ਟਾਈਮ ਮਿਲੇਗਾ ਮੈਂ ਕਹਿ ਵੀ ਦਊਂਗਾ। ਅੱਛਾ, ਉਹ ਬਾਜਵਾ ਸਾਹਿਬ ਤੇ ਕਹਿ ਰਹੇ ਕਿ ਦੋਨੇ ਬਦਲੋ ਜੀ, CM ਵੀ ਤੇ ਪ੍ਰਧਾਨ ਵੀ, ਤੁਹਾਡੀ ਵੀ ਇਹੀ ਮੰਗ ਹੈ ਜੀ? ਗੱਲ ਨਹੀਂ, ਮੈਂ ਇਹ ਗੱਲ ਕਹਾਂਗਾ, ਸਾਡੀ ਦੇਖੋ ਕਾਂਗਰਸ, ਜੇ ਕਾਂਗਰਸ ਦਾ ਖਤਮ ਹੋ ਰਹੀ ਹੈ, ਮਾਫ ਕਰਨਾ ਜੀ, ਕਾਂਗਰਸ ਦਾ ਜਿਹੜਾ ਇਮੇਜ ਆ ਉਹ ਡੈਮੇਜ ਹੋ ਗਿਆ। ਕਰਨ ਵਾਲੇ ਇਹ ਨੇ, ਕਿਉਂਕਿ ਇਹ ਨਾਨ ਕਾਂਗਰਸੀ ਨੇ ਜੀ, ਜਿਹੜਾ ਕੋਈ ਪਾਵਰ ਹੈ, ਸੱਤਾ ਹੈ ਜੀ, ਔਰ ਮੈਂ ਕਹਿ ਸਕਦਾ 10-12 ਜਿਹੜੇ MLA ਨੇ ਉਹ ਵਿਚਾਰੇ ਪੁਰਾਣੇ ਕਾਂਗਰਸ ਫੈਮਲੀਆਂ 'ਚੋਂ ਨੇ ਜੀ, ਬਾਕੀ ਤਾਂ ਅਕਾਲੀ ਦਲ 'ਚੋਂ ਲਿਆਂਦੇ ਆ, ਕੋਈ ਹਾਥੀ ਵਾਲਿਆਂ 'ਚੋਂ ਆਇਆ ਹੋਇਆ, ਕੋਈ ਕਿਤੋਂ ਆਇਆ ਹੋਇਆ, ਕੋਈ PP 'ਚੋਂ ਆਇਆ, ਅੱਧੇ ਮੰਤਰੀ ਤਾਂ ਦੂਸਰੇ ਪਾਸੋਂ ਆਏ ਡਿਫੈਕਟਰ ਨੇ ਜੀ। ਹਾਂਜੀ, MLA ਜਿਹੜੇ ਨੇ ਉਹ ਨੇ, ਕੁਛ ਜਿਹੜੇ ਪੁਰਾਣੇ ਮਿਲੀਟੈਂਟ ਤੇ ਜਿਹੜੇ ਜੇਲ੍ਹਾਂ ਕੱਟ ਕੇ ਆਏ ਨੇ ਉਹ MLA ਦੀਆਂ ਟਿਕਟਾਂ ਦਵਾਤੀਆਂ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਹੈ ਜੀ, ਕਿਉਂਕਿ ਉਦੋਂ ਲੁੱਟ ਦਾ ਪੈਸਾ ਬਹੁਤ ਹੀ ਇਹਨਾਂ ਅੱਤਵਾਦੀਆਂ ਕੋਲ, ਕਰੋੜਾਂਪਤੀ ਨੇ, ਜਿਨ੍ਹਾਂ ਨੂੰ
ਜਿਹੜੇ ਪੈਸਾ ਜ਼ਰੂਰ ਦੇਖਿਆ ਟਿਕਟਾਂ ਦੇਣ ਵੇਲੇ, ਕਿਸੇ ਦੀ ਸੀਨੀਅਰਟੀ ਨਹੀਂ ਦੇਖੀ। ਪਰ ਉਹ ਸਾਰੇ ਦੇ ਸਾਰੇ ਹੁਣ ਕਹਿ ਰਹੇ ਕਿ ਤੁਹਾਨੂੰ ਛੁੱਟੀ ਕਰਵਾਉਣੀ ਤੁਹਾਡੀ ਦੋਨਾਂ ਦੀ ਜੀ ਹਾਈ ਕਮਾਂਡ ਚੋਂ। ਜੇ ਕਾਂਗਰਸ ਸਮਗਲਰਾਂ ਦੇ ਨਾਲ ਹੈ, ਜੇ ਕਿਆ ਸੋਨੀਆ ਗਾਂਧੀ ਇਹ ਕਹੂਗੀ ਵੀ ਸਮਗਲਰਾਂ ਦੇ ਖਿਲਾਫ ਨਾ ਬੋਲੋ, ਬੁਰਾਈ ਦੇ ਖਿਲਾਫ ਨਾ ਬੋਲੋ, ਇਹ ਕਾਂਗਰਸ ਦਾ ਕਲਚਰ ਹੀ ਨਹੀਂ। ਇਹ ਤਾਂ ਸੁਨੀਲ ਜਾਖੜੋਣੀ ਆਪਣਾ ਸੁੱਖ ਮਨਾਉਣ, ਇਹ ਆਪਣੀ ਸੁੱਖ ਭਾਲਣ। 2 ਸਾਲ ਤੋਂ ਤਾਂ ਕਾਂ ਬੋਲਦੇ ਨਹੀਂ ਕਾਂਗਰਸ ਦਫ਼ਤਰ 'ਚ। ਸੁਨੀਲ ਜਾਖੜ ਚੁੱਪ ਰਿਹਾ, ਨਾਰਾਜ਼ ਵੀ ਰਿਹਾ CM ਸਾਹਿਬ ਨਾਲ। ਜਿਹੜੇ ਬੰਦੇ ਦੀ CM ਦਫ਼ਤਰ ਜਾਂ ਉਹਦੇ ਘਰ ਜਾਣ 'ਚ ਤਲਾਸ਼ੀਆਂ ਲਈ ਜਾਂਦੀਆਂ ਇੱਕ ਸ਼ੱਕੀ ਦੇ ਤੌਰ 'ਤੇ, ਇਹਦਾ ਮਤਲਬ ਕਾਂਗਰਸ ਦਾ ਪ੍ਰਧਾਨ ਹੋਵੇ, ਉਹਦੇ 'ਤੇ ਵੀ ਸ਼ੱਕ ਕੀਤੀ ਜਾਵੇ, ਉਹਦੀ ਤਲਾਸ਼ੀ ਲਈ ਜਾਵੇ, ਉਹਦੇ ਮੋਬਾਈਲ ਵੀ ਰਖਾ ਕੇ ਜੇਬ 'ਚੋਂ ਪਰੇ ਰੱਖੇ ਜਾਣ, ਔਰ 5-5 ਘੰਟੇ ਨੂੰ ਡਰਾਇੰਗ ਰੂਮ 'ਚ ਬਿਠਾ ਕੇ ਮਨਾਇਆ ਨਾ ਜਾਵੇ। ਇੰਨੀ ਇੱਜ਼ਤ ਹੁੰਦੀ ਰਹੀ ਆ ਉਹਦੀ। ਤੁਹਾਡੇ ਦੋਨਾਂ ਜਿਹੜਾ ਬੰਦਾ ਅੱਜ ਕੈਪਟਨ ਸਾਹਿਬ ਦਾ ਤੋਤਾ ਬਣ ਕੇ ਕੰਮ ਕਰ ਰਿਹਾ, ਮੈਨੂੰ ਲੱਗਦਾ ਕੋਈ ਗਿੱਦੜ ਸਿੰਘੀ ਕੀ ਸੰਘਾਇਆ ਜਾਂ ਚੂੜੀ ਕਹੀ ਜੀ ਪਾਈ ਹੈ ਜਾਖੜ ਦਾ, ਉਹਦਾ ਮੂੰਹੇ ਬੰਦ ਹੋ ਗਿਆ। ਉਹ ਗੁਣਗਾਨ, ਉਹ ਸਮਗਲਰਾਂ ਦੀ ਬਜਾਏ ਉਹ ਸਾਨੂੰ ਚਿੱਠੀਆਂ ਲਿਖਣ ਦੀ, ਉਹ ਅਮਰਿੰਦਰ ਨੂੰ ਲਿਖਦਾ। ਆਸ਼ਾ ਕੁਮਾਰੀ 2.5 ਸਾਲ ਦੀ ਇੰਚਾਰਜ ਬੈਠੀ ਹੈ, ਉਹਦਾ ਵੀ ਅਦਾਲਤ 'ਚ ਕਾਲਾ ਕਾਲਾ, ਉਹਦੇ ਕੋਲ ਵੀ ਮੇਰੇ ਖਿਆਲ ਸ਼ੇਅਰ ਪਹੁੰਚਦਾ ਹੋਊਗਾ। ਇਹ ਮੈਂ ਐਲੀਗੇਸ਼ਨ ਲਾਉਣਾ, ਉਹ ਤਾਂ ਚੁੱਪ ਬੈਠੀ ਆ। ਇੱਕ ਕਾਂਗਰਸ ਦੇ ਇੰਚਾਰਜ ਦੀ ਇਹ ਐਲੀਗੇਸ਼ਨ ਲਾਉਂਦੇ ਕਿਉਂ ਜੇ ਕਿ ਇਹ ਕਾਂਗਰਸ ਦੀ ਇੰਚਾਰਜ ਦੀ ਕਿਆ ਡਿਊਟੀ ਹੈ ਕਿ ਕਿਆ ਰਾਜ ਭਾਗ ਠੀਕ ਚੱਲ ਰਿਹਾ, ਕਿਆ ਮੈਨੀਫੈਸਟੋ ਪੂਰਾ ਲਾਗੂ ਹੋ ਗਿਆ, ਇਹ ਸਮਗਲਿੰਗ ਰੋਕੀ ਜਾਵੇ, ਮਾਈਨ ਰੋਕੀ ਜਾਵੇ। ਅਖਬਾਰਾਂ 'ਚ ਆਉਂਦਾ, ਰੌਲਾ ਪੈਂਦਾ, ਮੁਲਾਜ਼ਮ ਧਰਨੇ ਦੇ ਰਹੇ ਨੇ ਨੌਕਰੀਆਂ ਵਾਸਤੇ, ਨੌਜਵਾਨਾਂ ਸਕਾਲਰਸ਼ਿਪ ਦਾ ਬੜਾ ਸਕੈਂਡਲ ਹੈ, 800-900 ਕਰੋੜ ਰੁਪਏ ਦਾ ਸਕੈਂਡਲ। ਪਿਛਲੇ 10 ਸਾਲਾਂ 'ਚ 9-10 ਲੱਖ ਬੱਚਾ ਡਰਾਪ ਆਊਟ ਹੋ ਗਿਆ, ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦਾਖਲੇ ਨਹੀਂ ਮਿਲੇ। ਅੱਜ ਦੀ ਖਬਰ ਹੈ, ਕਈ ਸਕੂਲਾਂ ਕਾਲਜਾਂ ਨੇ ਸ਼ਡਿਊਲ ਕਾਸਟ ਬੱਚਿਆਂ ਨੂੰ ਮਨਾ ਕਰਤਾ ਐਡਮਿਸ਼ਨ ਦੇਣ 'ਤੇ। ਸਰਕਾਰ ਬੈਠੀ ਹੈ ਚੁੱਪ। ਇਹਦਾ ਕਾਰਨ ਇਹ ਸਰਕਾਰ ਗਰੀਬਾਂ ਦੀ ਦੁਸ਼ਮਣ ਹੈ। ਇਹ ਜਿਹੜੀ ਫਜ਼ੂਲ ਖਰਚੀ 14-14 IAS ਲਾਉਂਦੇ ਨੇ, 15-15 ਐਡਵਾਈਜ਼ਰ ਲਾਉਂਦੇ ਨੇ, ਹੋਰ ਲਾਉਂਦੇ, ਇਹਨਾਂ ਨੂੰ ਹਟਾਉਣ। ਇਹ ਬੱਚਿਆਂ ਦਾ ਲਈ ਸਪੈਸ਼ਲ ਫੰਡ ਦਾ ਇੰਤਜ਼ਾਮ ਕਰਨ। ਅੱਛਾ, ਇਹ ਮੈਂ ਦੱਸੋ ਜੀ, ਤੁਹਾਡੇ ਖਿਲਾਫ ਬੜੀ ਤਗੜੀ ਰਣਨੀਤੀ ਪਾਰਟੀ ਨੇ ਬਣਾ ਦਿੱਤੀ ਜੀ। ਤੁਹਾਡੇ ਵੀ ਯੂਥ ਵਾਲੇ ਆ ਗਏ ਜੀ, ਦੁੱਲੋ ਸਾਹਿਬ ਦੇ ਘਰ ਵੀ ਯੂਥ ਵਾਲੇ ਆ ਗਏ। ਨਹੀਂ ਦੇਖੋ, ਇਹ ਜਿਹੜੇ ਯੂਥ ਵਾਲੇ ਆਏ, ਦੇਖੋ ਮੈਂ ਵੀ ਯੂਥ 'ਚ ਕੰਮ ਕੀਤਾ। ਇਹ ਵਿਚਾਰੇ ਤਾਂ ਚੱਕੇ ਚਕਾਏ ਆ ਗਏ। ਇਹ ਜਿਹੜੇ ਮੁੰਡੇ ਸੀ, ਮੈਨੂੰ ਪਤਾ ਸਾਡੇ ਖੰਨੇ ਦੇ ਜਿਹੜੇ ਮੁੰਡੇ ਸੀ ਕਿ ਨਾ ਯੂਥ ਕਾਂਗਰਸ ਵਾਲੇ, ਉਹ ਨਹੀਂ ਆਏ। ਨਹੀਂ, ਉਹ ਬਾਜਵਾ ਸਾਹਿਬ ਦੇ ਘਰ ਵੀ ਚਲੇ ਗਏ ਹੁੰਦੇ ਜੀ ਯੂਥ ਵਾਲੇ ਜੀ। ਇਹ ਜਿਹੜੇ ਖੰਨੇ ਆਏ ਤੇ ਜਿਹੜਾ ਖੰਨੇ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਇਹਨਾਂ ਨੇ ਜੀ, ਹੁਣ ਤਾਂ ਕਾਹਨੂੰ ਹੈ, ਜਿਹੜਾ ਪੈਸੇ ਵਾਲਾ ਉਹਨੂੰ ਬਣਾ ਦਿੰਦੇ ਨੇ ਨੌਮਨੀ। MLA ਦਾ ਜਿਹੜਾ ਇੱਥੇ ਨੌਮਨੀ ਹੈ, ਉਹ ਤਾਂ ਆਪ ਸ਼ਰਾਬ ਦੇ ਠੇਕੇਦਾਰ ਹੈ। ਜਿਹੜੇ ਯੂਥ ਕਾਂਗਰਸ ਦਾ ਪ੍ਰਧਾਨ ਉਰੇ ਆਇਆ ਜੀ, ਉਦੋਂ ਨਹੀਂ ਮੈਂ ਉਹਨੂੰ ਕਿਹਾ, ਮੈਨੂੰ ਪਤਾ ਹੈ ਜੀ। ਉਹਦੇ 'ਚ ਜਿਹੜੀ ਐਕਸਾਈਜ਼ ਮਹਿਕਮੇ ਕੋਲ ਲਿਸਟ ਆ, ਉਹਦੇ 'ਚ ਉਹਦਾ ਨਾਂ ਹੈ। ਉਹਨਾਂ ਨੂੰ ਮੈਂ ਉਹ ਕਿਉਂਕਿ ਸਮਗਲਰਾਂ ਨਹੀਂ ਭੇਜੇ। ਜਿਹੜੀਆਂ ਇੱਥੇ ਡਿਸਟਿਲਰੀਆਂ ਚੱਲੀਆਂ, ਇਹ ਲੀਡਰਾਂ ਤੋਂ ਬਿਨਾਂ ਚੱਲਦੀਆਂ ਜੀ। ਉਹਨਾਂ ਦੀ ਮਿਲੀ ਭਗਤ ਹੈ, ਉਹਨਾਂ ਨੇ ਇਹ ਭੇਜਤੇ। ਮੁੰਡੇ ਨੇ ਵਿਚਾਰੇ MA ਸ਼ੋਰ ਨੇ, ਉਹਨਾਂ ਨੂੰ ਮੈਂ ਸਮਝਾਇਆ ਹੈ। ਮੈਂ ਕਿਹਾ ਵੀ ਜੇ ਤੁਸੀਂ ਕਿਆ ਸਮਗਲਿੰਗ ਦੇ ਹੱਕ 'ਚ, ਉਹ ਕਹਿੰਦੇ ਨਹੀਂ। ਫਿਰ ਮੈਂ ਕਿਹਾ ਮੈਂ ਤਾਂ ਸਮਗਲਰਾਂ ਦਾ ਬਹੁਤ ਵਿਰੋਧ ਕਰਨਾ। ਅੱਛਾ, ਜਦੋਂ ਮੈਂ ਕਿਹਾ ਖੰਨੇ 'ਚ ਡਿਸਟਿਲਰੀਆਂ ਫੜੀਆਂ ਜੀ, ਤੁਹਾਡਾ ਫਰਜ਼ ਬਣਦਾ ਸੀ, ਤੁਸੀਂ ਉੱਥੇ ਧਰਨਾ ਲਾਉਂਦੇ। ਠੀਕ ਹੈ, ਤੁਸੀਂ ਨਹੀਂ ਲਾਇਆ, ਚਲੋ ਮੈਂ ਕਿਹਾ ਤੁਸੀਂ ਨਹੀਂ ਲਾਇਆ, ਹੁਣ ਲਾਇਓ। ਜਿੱਦਣ ਧਰਨਾ ਲਾਓਗੇ ਮੈਂ ਵਿੱਚ ਆ ਦੂੰ। ਅੱਛਾ, ਕਿਉਂਕਿ ਧਰਨਾ ਤਾਂ ਲਾਉਣ, ਉਹ ਤਾਂ ਆਪ ਸ਼ਰਾਬ ਵੇਚਦੇ ਨੇ। ਤੁਸੀਂ ਅਕਸਾਈ ਦੇ ਮਸਲੇ 'ਚ ਪੰਜਾਬ ਦੇ ਜਿੰਨੀ ਲੁੱਟ ਖਸੁੱਟ ਹੋਈ ਹੈ, ਤੁਸੀਂ ਵੀ ਇਹੀ ਬੋਲਦੇ ਰਹੇ, ਨਵਜੋਤ ਸਿੰਘ ਸਿੱਧੂ ਵੀ ਇਹੀ ਬੋਲਦਾ ਰਿਹਾ, ਉਹਨਾਂ ਅਸਤੀਫਾ ਵੀ ਦੇ ਦਿੱਤਾ, ਮੰਤਰੀ ਘਰ ਵੀ ਬੈਠ ਗਏ। ਇਹ ਤੁਸੀਂ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਜੀ? ਦੇਖੋ ਗੱਲ ਇਹ ਹੈ, ਤਾਂ ਨਵਜੋਤ ਸਿੱਧੂ ਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ, ਸਿੱਧੀ ਗੱਲ ਹੈ। ਨਹੀਂ, ਮਿਸ਼ਨ ਤਾਂ ਸਾਰਿਆਂ ਦਾ ਇੱਕ ਹੀ ਹੈ ਨਾ ਜੀ। ਨਹੀਂ, ਨਵਜੋਤ ਸਿੱਧੂ ਨੂੰ ਚਾਹੀਦਾ ਹੈ, ਜਿਸ ਤਰ੍ਹਾਂ ਹੁਣ ਅੰਮ੍ਰਿਤਸਰ 'ਚ ਘਟਨਾ ਹੋ ਜੀ, 126 ਬੰਦੇ ਮਰ ਗਏ ਜੀ, ਗਰੀਬ, ਬਿਲਕੁਲ ਜੀ, ਗਰੀਬ, ਉਹ 'ਚ ਮੈਜੋਰਟੀ ਦਾ ਸ਼ਡਿਊਲ ਕਾਸਟ, ਬਿਲਕੁਲ ਜੀ। ਅਤੇ 300 ਦੇ ਕਰੀਬ ਅਜੇ ਮੈਂ ਸਮਝੋ
ਇਹ ਤਾਂ ਮਰ ਗਏ, ਕੇਰਾਂ ਹੀ ਇਹਨਾਂ ਦਾ ਸਾਹ ਨਿਕਲ ਗਿਆ। ਉਹ ਰੋਜ਼ ਮੌਤ ਮੰਗਣਗੇ, ਅੰਨੇ ਹੋ ਗਏ, ਅੰਨੇ ਹੋ ਗਏ ਜੀ, ਅੰਨੇ ਹੋ ਗਏ। ਕਈਆਂ ਦੀਆਂ ਕਿਡਨੀਆਂ ਫੇਲ ਹੋ ਜਾਣੀਆਂ ਕਿਉਂਕਿ ਜਿਸਮਾਨੀ ਤੌਰ 'ਤੇ ਉਹ ਹੁਣ ਕੰਮ ਨਹੀਂ ਕਰ ਸਕਦੇ ਜੀ, ਕਿਉਂਕਿ ਜ਼ਹਿਰ ਪੀ ਲਈ। ਸਰਕਾਰ ਨੇ ਮਰੇ ਹੋਏ ਨੂੰ ਤਾਂ 5 ਲੱਖ ਦੇਤਾ, ਜਿਹੜੇ ਬਚ ਗਏ ਮਰੇ ਹੋਏ ਨੇ, ਅੱਧ ਮਰੇ ਨੇ, ਉਹਨਾਂ ਦੇ ਬਾਰੇ ਕੀ ਚੁੱਪ ਹੈ? ਉਹਨਾਂ ਬਾਰੇ ਵੀ ਦੇਣਾ ਚਾਹੀਦਾ। ਮੈਂ ਲਿਖ ਕੇ ਵੀ ਭੇਜੂੰਗਾ ਜੀ ਕਿ ਉਹਨਾਂ ਨੂੰ ਵੀ ਗ੍ਰਾਂਟ ਮਿਲੇ। ਜਿੱਥੇ ਤੱਕ ਸਿੱਧੂ ਸਾਹਿਬ ਦਾ ਸਵਾਲ ਹੈ, ਮੈਨੂੰ ਤਾਂ ਅਫਸੋਸ ਹੈ ਕਿ ਸਿੱਧੂ ਸਾਹਿਬ ਕਿਉਂ ਨਹੀਂ ਉਹਨਾਂ ਦੀ ਖਬਰ ਲੈਣ ਗਏ, ਕਿਉਂ ਅੰਦਰ ਆਪਣੇ ਕੋਠੀਆਂ 'ਚ ਬੈਠੇ ਨੇ, ਕਿਉਂ ਨਹੀਂ ਨਿਕਲੇ ਉਹ ਬਾਹਰ? ਜੇ ਉਹਨਾਂ ਨੇ ਸਿਆਸਤ ਕਰਨੀ ਹੈ ਫਿਰ ਦੁੱਖ 'ਚ ਆਉਣਾ ਚਾਹੀਦਾ। ਰੇਲਵੇ ਵਾਲੇ ਵੀ ਉਹ ਮੰਗ ਰਹੇ ਨੇ ਵੀ ਜੋ ਸਾਡੇ ਨਾਲ ਪ੍ਰੋਮਿਸ ਕੀਤੇ ਸਾਡੇ ਪੂਰੇ ਨਹੀਂ ਕੀਤੇ। ਸਿੱਧੂ ਸਾਹਿਬ ਨੂੰ ਚਾਹੀਦਾ ਜੇ ਉਹ ਸਿਆਸਤ ਜੇ ਉਹਨਾਂ ਨੇ ਸੰਨਿਆਸ ਇਹ ਲੈ ਲਿਆ ਫਿਰ ਅਸੀਂ ਤਾਂ ਕਹਿ ਨਹੀਂ ਸਕਦੇ। ਪਰ ਜੇ ਉਹਦੇ ਘਰ ਦੇ ਵਿੱਚ ਇੱਕ ਘਟਨਾ ਹੋਵੇ, ਉਹ ਆਪਣਾ ਅੰਦਰ ਵਾਲੇ ਬੈਠੇ ਨੇ, ਇਹਦੇ ਬਾਰੇ ਤਾਂ ਕਿਉਂ ਨਹੀਂ ਆਏ? ਇਹ ਤਾਂ ਸਿੱਧੂ ਇਹ ਦੱਸ ਸਕਦਾ ਹੈ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਯੂਥ ਵਾਲੇ ਧਰਨਾ ਦਿੰਦੇ ਤੇ ਉੱਥੇ ਜਾਓਗੇ ਜਾਂ ਦੁਬਾਰਾ ਗਵਰਨਰ ਮਿਲੋਗੇ ਜਾਂ ਹੁਣ ਸਿੱਧਾ ਕੈਪਟਨ ਦੇ ਘਰ ਜਾ ਕੇ ਧਰਨਾ ਦਿਓਗੇ ਜੀ? ਗੱਲ ਇਹ ਹੈ, ਪਹਿਲਾਂ ਤਾਂ ਹਾਊਸ ਚੱਲੂਗਾ ਹੁਣ ਜੀ, ਸੋਨੀਆ ਗਾਂਧੀ ਤੋਂ ਟਾਈਮ ਲਿਆ, ਉਹਨੂੰ ਮਿਲਾਂਗੇ। ਹਾਊਸ ਚੱਲੂਗਾ, ਉੱਥੇ ਰੇਜ਼ ਕਰੂੰਗੇ ਕਿ CBI ਦੀ ਜਾਂ ਹਾਈ ਕੋਰਟ ਦੇ ਜੱਜ, ਜੇ ਹਾਊਸ 'ਚ ਹੋਮ ਮਿਨਿਸਟਰ ਨਹੀਂ ਮੰਨੂਗਾ ਮੈਂ ਹਾਊਸ ਦੇ ਵਿੱਚ ਧਰਨਾ ਦਊਂਗਾ। ਕਿਉਂਕਿ ਇਹ ਪੰਜਾਬ ਗੌਰਮੈਂਟ ਦੀ ਕੋਈ ਪੰਜਾਬ ਗੌਰਮੈਂਟ ਤਾਂ ਮੁੱਖ ਮੰਤਰੀ ਸਾਹਿਬ ਤਾਂ ਅੱਖਾਂ ਵਿੱਚ ਹੀ ਬੈਠੇ ਨੇ, ਉਹਦੀ ਆਪਣੀ ਮਜਬੂਰੀ ਹੈ। ਕਿਉਂਕਿ ਪਟਿਆਲੇ 'ਚ ਡਿਸਟਿਲਰੀਆਂ ਬੜੀਆਂ ਫੜੀਆਂ ਗਈਆਂ, ਪਟਿਆਲੇ 'ਚ ਤਾਂ ਤੂਤੀ ਤਾਂ ਇਹਨੇ ਸਾਰੇ ਪੰਜਾਬ 'ਚ ਬੋਲਦੀ ਹੈ, ਪਰ ਇਹਨਾਂ ਦੇ ਘਰ ਦੇ ਵਿੱਚ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ। ਕਿਹਨਾਂ ਦੀ ਸ਼ਹਿ 'ਤੇ ਪਾਰਲੀਮੈਂਟ ਦੇ ਵਿੱਚ ਧਰਨਾ ਦਓਗੇ, ਕੈਪਟਨ ਦੇ ਘਰ ਅੱਗੇ ਨਹੀਂ ਧਰਨਾ ਦੇਣਾ ਹੈਗਾ ਜੀ? ਨਹੀਂ, ਇਹ ਜਿਹੜੀ CBI ਦੀ ਇਨਕੁਆਇਰੀ ਹੈ ਸੈਂਟਰ ਨਹੀਂ ਕਰਨੀ, ਇੰਟਰ ਸਟੇਟ ਸਮਗਲਿੰਗ ਹੈ। CM ਵੀ ਕਰ ਹੀ ਸਕਦਾ, ਨਹੀਂ CM ਵੀ ਤਾਂ ਕਰ ਹੀ ਸਕਦਾ ਜੀ। ਜਿਹੜਾ ਬੰਦਾ ਦੀ ਮਿਲੀ ਭਗਤ ਹੋਵੇ, ਥਾਪੜਾ ਹੋਵੇ ਔਰ ਦੀਂਦਾ ਸਾਰੇ, ਇਹ ਮੈਂ ਨਹੀਂ ਕਹਿੰਦਾ, ਪੰਜਾਬ ਦਾ ਬੱਚਾ ਕਹਿ ਰਿਹਾ ਕਿ ਸਰਕਾਰ ਕਰਾ ਰਹੀ ਹੈ ਸਾਰਾ ਕੰਮ, ਬੱਚਾ ਕਹਿ ਰਿਹਾ ਹੈ। ਅਸੀਂ ਕਾਂਗਰਸ ਦੇ ਘਰ ਅੱਗ ਲੱਗੀ ਹੈਗੀ ਹੈ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਬੜੇ ਖੁਸ਼ ਨੇ ਜੀ। ਦੇਖੋ ਗੱਲ ਇਹ ਹੈ, ਇਹ ਜਿਹੜਾ ਕੰਮ ਪੰਜਾਬ 'ਚ ਨਸ਼ੇ ਵਿਕਦੇ ਨੇ, ਇਹ ਤਾਂ ਦੇਣ ਤਾਂ ਅਕਾਲੀਆਂ ਦੀ ਉਹ ਹੈ। 10 ਸਾਲ ਉਹਨਾਂ ਨੇ ਰਾਜ ਕੀਤਾ। ਇਹ ਜਿਹੜੀ ਡਰੱਗ ਆਈ, ਸ਼ਰਾਬ, ਨਸ਼ੇ, ਇਹ ਮਾਫੀਆ ਪੈਦਾ ਹੀ ਪਦਾਇਸ਼ ਉਹਨੂੰ ਹੀ ਕੀਤੀ ਹੈ ਜੀ। ਉਹਨੂੰ ਬੜਾਪੜ ਅਸੀਂ ਕਰਨ ਲੱਗ ਗਏ। ਹੁਣ ਤੁਸੀਂ ਕਾਂਗਰਸ ਪਾਰਟੀ ਵੀ ਨਸ਼ਿਆਂ ਦੇ ਖਿਲਾਫ ਬੋਲ ਨਹੀਂ ਸਕਦੀ? ਅਸੀਂ ਤਾਂ ਬੋਲਾਂਗੇ। ਇਹ ਕਾਂਗਰਸੀ ਥੋੜ੍ਹੇ ਨੇ ਜਿਹੜੇ ਵਿੱਚ ਬੈਠੇ ਨਹੀਂ, ਜਿਹੜੇ ਸਰਕਾਰ, ਇਹ ਤਾਂ ਦਲ ਬਦਲੂ ਨੇ। ਜੇ ਕਾਂਗਰਸੀ ਹੁੰਦੇ ਤਾਂ ਇਹ ਸਮਗਲਿੰਗ ਨਾ ਹੋਣ ਦਿੰਦੇ, ਇਹ ਮਾਈਨ ਮਾਫੀਆ ਦੇ ਅੰਦਰ ਹੁੰਦੇ। ਜਿਵੇਂ ਗੁਟਕਾ ਚੱਕ ਕੇ ਕਿਹਾ ਸੀ ਨਾ 3 ਮਹੀਨਿਆਂ 'ਚ, ਮੈਂ ਜੋ ਲਫ਼ਜ਼ ਨਹੀਂ ਕਹਿਣਾ। ਅੱਗੇ ਮੁੱਖ ਮੰਤਰੀ ਕਹਿੰਦਾ ਸੀ ਤੁਰਨ ਦਿਆਂਗੇ, ਮੈਂ ਤਾਂ 3 ਸਾਲ ਤੋਂ ਲਫ਼ਜ਼ ਹੀ ਨਹੀਂ ਸੁਣਿਆ ਅਮਰਿੰਦਰ ਸਿੰਘ ਤੋਂ। ਕਿਉਂਕਿ ਜੇ ਬਾਹਰ ਨਿਕਲੂ ਤਾਂ ਹੀ ਕੋਈ ਕਹੂਗਾ ਸਟੇਜ 'ਤੇ, ਕਿਉਂਕਿ ਮਚਲਾ ਹੋਇਆ ਬੈਠਾ ਹੈ, ਆਪਣਾ ਇੰਜੋਏ ਕਰ ਰਿਹਾ ਹੈ ਜੀ, ਮਾਲ ਆ ਰਿਹਾ ਧਨ ਇਹ ਕਿਸੇ ਤਾਂ ਧਨ ਜਾਂਦਾ ਕਰੋੜਾਂਪਤੀ, ਜਿਹੜਾ ਸਰਕਾਰ ਨੂੰ ਚੂਨਾ ਲੱਗਦਾ, ਐਕਸਾਈਜ਼ ਦਾ ਚੂਨਾ 2700 ਕਰੋੜ 3 ਸਾਲ 'ਚ ਆਕਸ਼ਨ ਦੇ ਵਿੱਚ ਘਟਿਆ, ਆਕਸ਼ਨ 'ਚ ਘਟਿਆ। ਇਹ ਜਿਹੜੀ ਗੈਰ ਕਾਨੂੰਨੀ ਸ਼ਰਾਬ, ਇੱਕ ਤਾਂ ਇਹ ਡਿਸਟਿਲਰੀਆਂ ਹੁਣ 9 ਹੋ ਗਈਆਂ, 3 ਇੱਥੇ ਹੋ ਗਈਆਂ, 3 ਤੇ 2 5 ਤਾਂ ਇਕੱਲੇ ਪਟਿਆਲੇ ਜ਼ਿਲ੍ਹੇ 'ਚ ਹੋ ਗਈ ਜੀ, ਅਤੇ ਬਾਕੀ ਇਹ 15 ਜਿਹੜੀਆਂ ਕਾਨੂੰਨੀ ਹੈ ਉਹਨਾਂ 'ਤੇ ਵੀ ਡਾਊਟ ਹੈ। ਉੱਥੋਂ ਵੀ ਕਹਿੰਦੇ ਨਿਕਲਦਾ ਮਾਲ ਬਿਨਾਂ ਉਹਦੇ ਤੋਂ ਐਕਸਾਈਜ਼ ਤੋਂ। ਇਹ ਫਿਰ ਇਹ ਚੂਨਾ ਤਾਂ ਲੱਗਦਾ ਹੈ। ਇਹ ਤਾਂ ਇੱਕ ਕਹਾਵਤ ਹੈ ਵੀ ਦੁੱਧ ਦੀ ਰਾਖੀ ਬਿੱਲੇ ਬੈਠੇ ਨੇ। ਤੇ ਹਾਈ ਕਮਾਂਡ ਕੋਈ ਲਏਗੀ ਐਕਸ਼ਨ ਜੀ, ਜਿਹੜੀ ਤੁਸੀਂ ਰਿਪੋਰਟ ਤਿਆਰ ਕਰਕੇ ਬੈਠੇ ਹੈਗੇ ਜੀ? ਦੇਖੋ ਅਸੀਂ ਮਿਲਾਂਗੇ, ਅਸੀਂ ਤਾਂ ਕਹਾਂਗੇ ਜੇ ਪੰਜਾਬ 'ਚ ਤੁਸੀਂ ਕਾਂਗਰਸ ਦਾ ਇਮੇਜ ਬਚਾਉਣਾ ਹੈ ਕਿ ਜਾਂ 2022 ਲੜਨੀ ਤੇ ਇਮੇਜ ਨਾ ਪਹਿਲੇ ਤਾਂ ਹੁਣ ਬਚਾਉਣ ਦੀ ਗੱਲ ਹੈ। ਕਾਂਗਰਸ ਦਾ ਇਮੇਜ ਕਿਵੇਂ ਕਾਂਗਰਸ ਦਾ ਗ੍ਰਾਫ ਤਾਂ ਥੱਲੇ ਜਾ ਰਿਹਾ, ਕਾਂਗਰਸ ਦਾ ਵਰਕਰ ਡਿਮੋਰਲਾਈਜ਼ਡ ਹੈ। ਸੀਨੀਅਰ ਕਾਂਗਰਸ ਕੁਰਬਾਨੀ ਵਾਲੇ ਉਹ ਘਰ ਬਾਹਰ ਤੇ ਉਹਨਾਂ ਨੂੰ ਸਾਈਡ ਲਾਈਨ ਕਰਤਾ। ਇਹ ਦਿੱਲੀ ਵਾਲਿਆਂ ਨੂੰ ਹੋਣਾ ਚਾਹੀਦਾ, ਇਹ ਆਪਰੇਸ਼ਨ ਕਰੋ ਮੇਜਰ ਪੰਜਾਬ ਦੇ ਵਿੱਚ। ਇਹ ਮਾਫੀਆ ਰਾਜ ਜਿਹੜਾ ਹੈ ਚੱਲ ਰਿਹਾ ਹੈ, ਇਹਦੇ ਬਾਰੇ ਸੋਚੋ
ਕਾਂਗਰਸ ਨੂੰ ਬਚਾਉਣਾ ਤਾਂ ਕੁਝ ਮੇਜਰ ਆਪਰੇਸ਼ਨ ਕਰਨਾ ਪਊਗਾ ਉਹਨਾਂ ਨੂੰ। ਉਹ ਵੱਡਾ ਆਪਰੇਸ਼ਨ ਕੀ ਹੋਊਗਾ ਫਿਰ? ਇਹ ਵੀ ਹੋਏਗਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲੋ ਤੇ ਸੁਨੀਲ ਜਾਖੜ ਨੂੰ ਬਦਲੋ। ਇਹ ਹਾਈ ਕਮਾਂਡ ਅਸੀਂ ਤਾਂ ਮੰਗ ਕਰ ਰਹੇ ਹਾਂ ਕਿ ਇਹ ਜਿਹੜੇ ਸਮਗਲਰਾਂ ਨੂੰ ਥਾਪੜਾ ਦੇ ਰਹੇ ਨੇ ਇਹਨਾਂ ਬਾਰੇ ਸੋਚੋ। ਜੇ ਕਾਂਗਰਸ ਤਾਂ ਖਤਮ ਹੀ ਹੋ ਰਹੀ ਹੈ, ਮੁਲਕ 'ਚ ਵੀ ਕੋਈ ਨਾ ਕੋਈ ਚੰਗਾ ਮੈਸੇਜ ਨਹੀਂ ਹੈ ਮਿਲ ਰਿਹਾ। ਕਾਂਗਰਸ ਸਾਡੇ ਇਸ ਸਟੇਟ 'ਚ ਸੀਗੀ, ਆਹ ਰਾਜਸਥਾਨ ਦੀ ਸ਼ੁਕਰਾ ਬਚ ਗਈ, ਇਹ ਵੀ ਗਈ ਸੀ। ਇਸ ਕਰਕੇ ਇੱਥੇ ਕਾਂਗਰਸਮੈਨ ਹੈਗਾ, ਕਾਂਗਰਸਮੈਨ ਡਰਮੋਰਲਾਈਜ਼ ਹੈ। ਜਿਹੜੀ ਫੌਜ ਦਾ ਸਿਪਾਹੀ ਨਾ ਹੋਵੇ ਉਹ ਫੌਜ ਜਿੱਤ ਸਕਦੀ ਹੈ। ਔਰ ਜਿਹੜੇ ਸਾਡੇ ਕੈਪਟਨ ਬਣਾਏ ਹੋਏ ਨੇ ਉਹ ਦਲ ਬਦਲੂ ਹੈ। ਦਲ ਬਦਲੂ ਵੀ ਤੇ ਕਾਂਗਰਸ ਹਾਈਕਮਾਂਡ ਨੂੰ ਚੰਗੇ ਲੱਗਦੇ ਹੈਗੇ ਜੀ। ਹੋ ਸਕਦਾ ਉਹਨਾਂ ਨੂੰ ਚੰਗੇ ਲੱਗਦੇ, ਹੁਣ ਪਛਤਾਉਂਦੇ ਨੇ, ਉਹ ਕਹਿੰਦੇ ਉਹਨੇ ਹੋ ਸਕਦਾ ਇਹ ਨਾ ਮੰਨਦਾ ਹੋਵੇ, ਕਿਉਂਕਿ ਜਿਹੜਾ ਇਹਨਾਂ ਦੀ ਦਿੱਲੀ ਵਾਲਿਆਂ ਨੇ ਵੀ ਤਾਰਾਂ ਨੇ ਜੁੜੀਆਂ ਹੋਈਆਂ, ਐਸੀ ਗੱਲ ਨਹੀਂ ਹੈ। ਦਿੱਲੀ ਵਾਲੇ ਕਿਹੜੇ ਜੀ? ਆਪਣੀ ਮਜਬੂਰੀ ਹੈ। ਦਿੱਲੀ ਵਾਲੇ ਕਿਹੜੇ ਜੀ? ਦਿੱਲੀ ਸਰਕਾਰ ਜਿਹੜੀ ਹੈ, ਲੀਡਰ ਨੇ ਜਿਨ੍ਹਾਂ ਨੂੰ ਨਾ ਅੱਗੇ ਜਾ ਕੇ ਕਾਂਗਰਸ ਨੂੰ ਛੱਡ ਰਹੇ ਸੀ ਕਿ ਮੈਂ ਨਵੀਂ ਪਾਰਟੀ ਬਣਾਊਂਗਾ, ਅਮਿਤ ਸ਼ਾਹ ਹੋਵੇ ਚਾਹੇ ਮੋਦੀ ਜੀ ਹੋਣ, ਇਹਨਾਂ ਦੀ ਆਪਣੀ ਮਜਬੂਰੀ ਵੀ ਹੈ ਕਿਉਂਕਿ ਈਡੀ ਦੇ ਕੇਸ ਅਜੇ ਕਈ ਪੈਂਡਿੰਗ ਪਏ ਨੇ ਹੈ ਜੀ। ਜਿਹੜੇ ਸਵਿਸਰਲੈਂਡ ਬੈਂਕਾਂ ਦੇ ਵਿੱਚ ਪੈਸਾ ਪਿਆ ਹੈ ਉਹਦੇ 'ਚ ਇਨਵੋਲਵ ਨੇ ਕਾਫੀ ਲੋਕ ਇਹਨਾਂ ਦੇ ਆਪਣੇ। ਇਹ ਤੁਹਾਡੇ ਇਲਜ਼ਾਮ ਬੜੇ ਮੋਟੇ ਹੈਗੇ ਜੀ। ਹੈਂ? ਤੁਹਾਡੇ ਇਲਜ਼ਾਮ ਬੜੇ ਮੋਟੇ ਹੈਗੇ ਜੀ। ਤਰੀਕਾ ਤਾਂ ਪੈਂਦੀਆਂ ਨਹੀਂ। ਭੁੱਲਰ ਸਾਹਿਬ ਦੱਸੋ, ਲੁਧਿਆਣੇ ਤਰੀਕਾ ਨਹੀਂ ਪੈਂਦੀਆਂ, ਮੋਹਾਲੀ ਵੀ ਪੈਂਦੀਆਂ। ਬਰੀ ਵੀ ਹੋ ਗਈ ਇੱਕ ਮਸਲੇ 'ਚ ਤੇ ਨਹੀਂ ਹੈ, ਬਰੀ ਵੀ ਹੋ ਗਈ। ਬਣਨਾ ਕੀ ਹੈ? ਇਹ ਤਾਂ ਬਾਦਲ ਸਾਹਿਬ ਦੀ ਕਿਰਪਾ ਹੋਈ ਸੀ। ਚਲੋ ਦੁੱਲੋ ਸਾਹਿਬ, ਤੁਸੀਂ ਸਾਡੇ ਵਾਸਤੇ ਸਮਾਂ ਕਿਹੜਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸ਼ਮਸ਼ੇਰ ਸਿੰਘ ਦੁੱਲੋ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਹੈਗੀਆਂ ਕਿ ਅਗਰ ਕਾਂਗਰਸ ਨੂੰ ਬਚਾਉਣਾ ਤੇ ਕਾਂਗਰਸ ਹਾਈ ਕਮਾਨ ਨੂੰ ਆਪਰੇਸ਼ਨ ਕਰਨਾ ਪਏਗਾ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੂਰੇ ਦੇਸ਼ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਬਦਤਰ ਹੋ ਚੁੱਕੇ ਨੇ। ਤੁਸੀਂ ਬਣੋ ਰੇਨਬੀ ਨਿਊਜ਼ ਦੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ।